ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਇ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਇ। ਸਤਨਾਮ ਵਾਹਿਗੁਰੂ ਸਾਹਿਬ ਜੀ। ਦੇਖਤ ਲੋਕੇ ਕਰੁਣਾ ਠਾਨੀ, ਧਿਕ ਧਿਕ ਆਪਣੇ ਕਰਮ ਬਖਾਨੀ। ਐਸੋ ਪਾਪ ਅਚਾਨਕ ਲਏ, ਇਕ ਕੇ ਹਤੇ ਤੀਨ ਮਰ ਗਏ। ਦੇਖਤ ਲੋਕੇ ਕਰੁਣਾ ਠਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ, ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਕੇ ਬੋਹਿਥ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ। ਬੇਅੰਤੀ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਕੀਮਤੀ ਭੇਟਾਵਾਂ ਲੈ ਕੇ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਉਂਦੀਆਂ ਨੇ। ਮਹਾਰਾਜ ਦੇ ਦਰਸ਼ਨ ਕਰਕੇ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਕੀਮਤੀ ਉਪਦੇਸ਼ ਸਰਵਣ ਕਰਕੇ ਉਸ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦੀਆਂ ਨੇ। ਭਾਈ ਤਿਲੋਕਾ ਜੀ ਇਹ ਗਜਨੀ ਦੇ ਰਹਿਣ ਵਾਲੇ ਸਨ। ਮੁਗਲ ਹਾਕਮ ਦੇ ਪਾਸ ਇਹ ਨੌਕਰੀ ਕਰਦੇ ਸੀ। ਹਮੇਸ਼ਾ ਤਿਆਰ ਬਰ ਤਿਆਰ ਹੋ ਕੇ ਰਹਿਣਾ ਸ਼ਸਤਰਾਂ ਸਮੇਤ। ਭਾਈ ਤਿਲੋਕਾ ਜੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆਏ ਨੇ। ਦੋਵੇਂ ਹੱਥ ਜੋੜ ਕੇ ਇਹਨਾਂ ਨੇ ਆ ਕੇ ਬੇਨਤੀ ਕੀਤੀ ਹੈ, ਸਤਿਗੁਰੂ ਕਿਰਪਾ ਕਰੋ, ਮੇਰੇ ਤਾਈਂ ਉਪਦੇਸ਼ ਦੇਵੋ। ਜਿਸ ਉਪਦੇਸ਼ ਨੂੰ ਮੈਂ ਸੁਣ ਕੇ ਆਪਣੇ ਜੀਵਨ ਵਿੱਚ ਕਮਾ ਸਕਾਂ ਅਤੇ ਸਾਰੇ ਕਲੇਸ਼ ਜਿਹੜੇ ਹਨ ਉਹ ਕੱਟੇ ਜਾਣ, ਅੰਤ ਨੂੰ ਮੇਰੀ ਸੁਖੈਨ ਕਲਿਆਣ ਹੋ ਜਾਵੇ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ। ਗੁਰਦੇਵ ਕਹਿੰਦੇ ਹਨ ਕਿ ਸਤਿਨਾਮ ਦਾ ਜਾਪ ਜਪੋ, ਲਿਵ ਲਾ ਕੇ, ਉੱਠਦਿਆਂ ਬਹਿੰਦਿਆਂ ਆਉਂਦਿਆਂ ਜਾਂਦਿਆਂ ਕਦੇ ਵੀ ਪਰਮਾਤਮਾ ਵਾਹਿਗੁਰੂ ਦੇ ਸਿਮਰਨ ਨੂੰ, ਉਹਦੀ ਯਾਦ ਨੂੰ ਭੁਲਾਉਣਾ ਨਹੀਂ। ਉਹਦੇ ਭਾਣੇ ਨੂੰ ਹਮੇਸ਼ਾ ਮੰਨਣਾ ਹੈ। ਜੋ ਕੁਝ ਵਰਤ ਰਿਹਾ ਹੈ ਉਹਨੂੰ ਭਲਾ ਕਰਕੇ, ਪ੍ਰਸੰਨ ਹੋ ਕਰਕੇ ਪ੍ਰਵਾਨ ਕਰ ਲੈਣਾ। ਕਦੇ ਵੀ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੇ ਵਿੱਚ ਦੋਸ਼ ਨਹੀਂ ਅਰਪਣੇ। ਜੋ ਕੁਝ ਹੁੰਦਾ ਹੈ ਉਹ ਭਾਣੇ ਅਨੁਸਾਰ ਕੀਤੇ ਹੋ ਕਰਮਾਂ ਦਾ ਫਲ ਜਾਣ ਲੈਣਾ ਅਤੇ ਉਹਦੇ ਵਿੱਚ ਹਮੇਸ਼ਾ ਪ੍ਰਸੰਨ ਰਹਿਣਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਉਪਦੇਸ਼ ਦਿੱਤਾ ਹੈ। ਮਹਾਰਾਜ ਕਹਿਣ ਲੱਗੇ ਕਿ ਕਦੇ ਵੀ ਆਪਣੇ ਕਿਸੇ ਵੀ ਗੁਣਾਂ ਦੇ, ਸਰੀਰ ਦੇ, ਧਨ ਦੌਲਤ ਦੇ, ਅਹੁਦੇ ਦਾ ਮਾਣ ਨਹੀਂ ਕਰਨਾ। ਪਰ ਇਹ ਮਾਣ ਤਾਂ ਦੂਰ ਹੋ ਸਕਦਾ ਜੇ ਆਪਾਂ ਸਿਮਰਨ ਕਰਦੇ ਹੋਈਏ, ਅਭਿਆਸ ਕਰਦੇ ਹੋਈਏ। ਫਿਰ ਗੁਰਦੇਵ ਨੇ ਕਿਹਾ ਕਿ ਅਹਿੰਸਾ ਤੋਂ ਬਚਣਾ ਹੈ, ਹੱਤਿਆ ਤੋਂ ਬਚਣਾ, ਕਿਸੇ ਦਾ ਦਿਲ ਨਹੀਂ ਦੁਖਾਉਣਾ, ਜਿਸ ਤਰ੍ਹਾਂ ਦਾ ਲਾਭ ਹੋਵੇ ਉਹਦੇ ਵਿੱਚ ਸੰਤੋਖ ਰੱਖਣਾ ਹੈ, ਵਕਾਰਾਂ ਦਾ ਤਿਆਗ ਕਰਨਾ। ਇਹ ਉਪਦੇਸ਼ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਤਿਲੋਕੇ ਨੂੰ ਦਿੱਤਾ ਹੈ।
ਉਪਦੇਸ਼ ਸਤਿਗੁਰਾਂ ਦਾ ਸਾਰਿਆਂ ਲਈ ਸਾਂਝਾ ਹੈ। ਭਾਈ ਤਲੋਕਾ ਜੀ ਨੇ ਗੁਰੂ ਸਾਹਿਬ ਤੋਂ ਉਪਦੇਸ਼ ਲਿਆ, ਆਪਣੇ ਨਗਰ ਚਲੇ ਗਏ ਗਜਨੀ ਦੇ ਵਿੱਚ। ਜਿਹੜਾ ਮੁਗਲ ਹਾਕਮ ਸੀ ਉਹਦੀ ਨੌਕਰੀ ਵਿੱਚ ਹਾਜ਼ਰ ਹੋਏ ਨੇ। ਇੱਕ ਦਿਨ ਉਹ ਜਿਹੜਾ ਹਾਕਮ ਸੀ ਮੁਗਲ, ਘੋੜੇ 'ਤੇ ਬੈਠ ਕੇ ਸ਼ਿਕਾਰ ਲਈ ਗਿਆ। ਇੱਕ ਹਿਰਨੀ ਉਹਦੇ ਅੱਗੋਂ ਦੌੜੀ ਹੈ, ਨਿਕਲੀ ਹੈ, ਅਤੇ ਉਸ ਮੁਗਲ ਹਾਕਮ ਨੇ ਆਪਣਾ ਘੋੜਾ ਜਿਹੜਾ ਸੀ ਉਸ ਹਿਰਨੀ ਦੇ ਪਿੱਛੇ ਦੌੜਾਇਆ। ਭਾਈ ਤਲੋਕਾ ਜੀ ਇਹਨਾਂ ਨੇ ਵੀ ਆਪਣਾ ਘੋੜਾ ਜਿਹੜਾ ਸੀ ਨਾਲ ਕੀਤਾ। ਹਿਰਨੀ ਦੇ ਕੋਲ ਇਹਨਾਂ ਦਾ ਘੋੜਾ ਪਹੁੰਚਿਆ ਅਤੇ ਭਾਈ ਤਲੋਕੇ ਨੇ ਆਪਣੀ ਤਲਵਾਰ ਦਾ, ਕਿਰਪਾਨ ਦਾ ਜਿਹੜਾ ਵਾਰ ਸੀ ਉਹ ਹਿਰਨੀ ਦੇ ਉੱਤੇ ਕੀਤਾ। ਜਿਸ ਤਰ੍ਹਾਂ ਹਿਰਨੀ ਦੇ ਉੱਤੇ ਵਾਰ ਹੋਣ ਦੇ ਨਾਲ ਉਹਦੇ ਸਰੀਰ ਦੇ, ਉਹਦੇ ਧੜ ਦੇ ਦੋ ਹਿੱਸੇ ਹੋਏ ਅਤੇ ਦੋ ਜਿਹੜੇ ਬੱਚੇ ਸਨ ਉਹ ਵਿੱਚੋਂ ਤੜਫ ਤੜਫ ਕੇ ਮਰਦੇ ਭਾਈ ਤਲੋਕਾ ਜੀ ਨੇ ਅੱਖੀਂ ਦੇਖੇ ਨੇ। ਕਿਸ ਤਰ੍ਹਾਂ ਫਿਰ ਭਾਈ ਤਲੋਕਾ ਜੀ ਦਾ ਮਨ ਜਿਹੜਾ ਸੀ ਉਹ ਜੀਵ ਹੱਤਿਆ ਕਰਕੇ ਬਹੁਤ ਦੁਖੀ ਹੋਇਆ ਅਤੇ ਬਾਅਦ ਵਿੱਚ ਇਹਨਾਂ ਨੇ ਕਾਠ ਦੀ, ਲੱਕੜ ਦੀ ਜਿਹੜੀ ਤਲਵਾਰ ਸੀ ਉਹ ਰੱਖਣੀ ਸ਼ੁਰੂ ਕੀਤੀ ਹੈ। ਪਰ ਸਭਾ ਦੇ ਵਿੱਚ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਫਿਰ ਇਹਨਾਂ ਦੀ ਲਾਜ ਰੱਖੀ ਹੈ, ਉਹ ਵਿਚਾਰ ਅੱਗੇ ਆ ਰਹੀ ਹੈ। ਆਓ ਗੁਰ ਸੰਗਤ ਜੀ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਸਤਿਗੁਰੂ ਸਾਹਿਬ ਜੀ ਦੇ ਜੀਵਨ ਕਾਉਤਕਾਂ ਦੀ ਅੰਮ੍ਰਿਤਮਈ ਕਥਾ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸਾਰੀ ਹੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਖ ਤਲੋਕੇ ਕਰੁਣਾ ਠਾਨੀ। ਜਦੋਂ ਹਿਰਨੀ ਦੇ ਉੱਤੇ ਭਾਈ ਤਲੋਕਾ ਜੀ ਕੋਲੋਂ ਵਾਰ ਹੋਇਆ, ਹਿਰਨੀ ਦੇ ਧੜ ਦੇ ਦੋ ਹਿੱਸੇ ਹੋਏ। ਦੋ ਜਿਹੜੇ ਬੱਚੇ ਸਨ ਪੇਟ ਵਿੱਚੋਂ ਨਿਕਲ ਕੇ ਮਰੇ। ਤੜਫਦੇ ਹੋਏ ਮਰਦਿਆਂ ਨੂੰ ਜਦੋਂ ਭਾਈ ਤਲੋਕੇ ਜੀ ਨੇ ਇਹ ਬੱਚਿਆਂ ਨੂੰ ਦੇਖਿਆ, ਦੇਖ ਕਰਕੇ ਭਾਈ ਤਲੋਕੇ ਦਾ ਜਿਹੜਾ ਮਨ ਸੀ ਉਹ ਬਹੁਤ ਦੁਖੀ ਹੋਇਆ। ਧਿਕ ਧਿਕ ਆਪਣੇ ਕਰਮ ਬਖਾਨੀ। ਆਪਣੇ ਕੀਤੇ ਹੋ ਕਰਮਾਂ ਨੂੰ ਭਾਈ ਤਲੋਕਾ ਜੀ ਨੇ ਧਰਕਾਰ ਪਾਈ ਹੈ। ਕਈ ਵਾਰੀ ਬੰਦਾ ਕੋਈ ਮਾੜਾ ਕਰਮ ਕਰਦਾ ਹੈ ਅਤੇ ਉਦੋਂ ਅੰਦਰੋਂ ਆਵਾਜ਼ ਆਉਂਦੀ ਹੈ ਕਿ ਤੂੰ ਬਹੁਤ ਮਾੜਾ ਕੀਤਾ ਹੈ, ਪਰ ਆਵਾਜ਼ ਵੀ ਉਹਦੇ ਅੰਦਰੋਂ ਆਉਂਦੀ ਹੈ ਜਿਹਦੇ ਅੰਦਰ ਥੋੜ੍ਹਾ ਬਹੁਤਾ ਧਰਮ ਹੈ। ਜਿਹੜਾ ਤੇ ਪੂਰਾ ਧਰਮੀ ਹੈ ਉਹ ਮਾੜਾ ਕਰਮ ਕਰਦਾ ਹੀ ਨਹੀਂ। ਜਿਹਦੇ ਅੰਦਰ ਥੋੜ੍ਹੀ ਬਹੁਤੀ ਧਰਮ ਦੀ ਅੰਸ਼ ਹੈ, ਜਿਹੜਾ ਸੰਗਤ ਵੀ ਕਰਦਾ ਹੈ ਅਤੇ ਮਾੜਾ ਕਰਮ ਕਰਨ ਦੇ ਉੱਤੇ ਅੰਦਰੋਂ ਆਵਾਜ਼ ਆਵੇਗੀ ਤੂੰ ਕਰਮ ਮਾੜਾ ਕੀਤਾ ਹੈ। ਪਰ ਜਿਹੜਾ ਅਧਰਮੀ ਮਨੁੱਖ ਹੈ ਉਹ ਜਿੰਨੇ ਮਰਜ਼ੀ ਮਾੜੇ ਕਰਮ ਕਰੇ, ਉਹਦੇ ਅੰਦਰੋਂ ਆਵਾਜ਼ ਵੀ ਹੋਣੀ ਬੰਦ ਹੋ ਜਾਂਦੀ ਹੈ। ਫਿਰ ਉਹਨੂੰ ਮਾੜੇ ਕਰਮ ਜਿਹੜੇ ਨੇ ਕੀਤੇ ਹੋਏ ਪਾਪ ਵੀ ਜਿਹੜਾ ਹੈ ਉਹ ਪਿਆਰਾ ਲੱਗਦਾ ਹੈ। ਗੁਰੂ ਸਾਹਿਬ ਜੀ ਦੀ ਬਾਣੀ ਦਾ ਬਚਨ ਆਪਾਂ ਪੜ੍ਹਦੇ ਹਾਂ, ਪਾਪ ਬੁਰਾ ਪਾਪੀ ਕੋ ਪਿਆਰਾ। ਭਾਈ ਤਲੋਕਾ ਜੀ ਧਰਮੀ ਹਨ, ਸਤ ਸੰਗੀ ਵੀ ਨੇ, ਗੁਰੂ ਸਾਹਿਬ ਦਾ ਬਚਨ ਕਮਾਉਣ ਵਾਲੇ ਨੇ। ਇਹ ਜਿਹੜਾ ਪਾਪ ਸੀ ਭਾਈ ਤਲੋਕੇ ਤੋਂ ਅਣਜਾਣ ਪੁਣੇ ਦੇ ਵਿੱਚ ਹੋਇਆ ਹੈ ਅਤੇ ਗੁਰੂ ਸਾਹਿਬ ਜੀ ਨੇ ਸਾਨੂੰ ਸੁਚੇਤ ਵੀ ਕੀਤਾ ਹੈ। ਮਹਾਰਾਜ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਨਰ ਅਚੇਤ ਪਾਪ ਤੇ ਡਰ ਰੇ। ਇਹ ਮਨੁੱਖ ਅਚਨਚੇਤ ਹੋਣ ਵਾਲੇ ਪਾਪ ਤੋਂ ਵੀ ਤੂੰ ਸੰਕੋਚ ਕਰ। ਡਰ ਪਰਮਾਤਮਾ ਦਾ ਰੱਖਣਾ ਹੈ, ਡਰ ਪਰਲੋਕ ਦਾ ਰੱਖਣਾ ਹੈ, ਡਰ ਦਰਗਾਹ ਦਾ ਰੱਖਣਾ ਹੈ। ਇੱਥੇ ਤਾਂ ਬਹੁਤ ਪਹੁੰਚ ਹੈ, ਇੱਥੇ ਅਹੁਦੇ ਵੀ ਚੰਗੇ ਨੇ, ਜਿਹੜੇ ਪਹਿਰੇਦਾਰ ਵੀ ਹਨ, ਚੰਗੇ ਪੈਸੇ ਹੋਣ ਕਰਕੇ ਮਨੁੱਖ ਸੋਚਦਾ ਮੈਂ ਬਚ ਜਾਵਾਂਗਾ, ਪਰ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਰੱਤੀਓਂ ਮਾਸਾ ਤੋਲ ਕਢਾਵਣੇ, ਉੱਥੇ ਸੱਚੋ ਹੀ ਸੱਚ ਨਿਬੜੈ। ਪਰਮਾਤਮਾ ਦੀ ਦਰਗਾਹ ਦੇ ਵਿੱਚ ਕੀਤੇ ਹੋਏ ਕਰਮਾਂ ਦਾ ਹਿਸਾਬ ਹੁੰਦਾ ਹੈ। ਇਹ ਚੀਜ਼ ਦਾ ਜਿਹੜਾ ਡਰ ਸੀ ਭਾਈ ਤਲੋਕਾ ਜੀ ਦੇ ਮਨ ਵਿੱਚ ਆਇਆ। ਆਪਣੇ ਕੀਤੇ ਹੋਏ ਕਰਮਾਂ ਦੇ ਉੱਤੇ ਭਾਈ ਸਾਹਿਬ ਨੇ ਧਰਕਾਰ ਪਾਈ ਹੈ ਕਿ ਬਹੁਤ ਮਾੜਾ ਜਿਹੜਾ ਕਰਮ ਸੀ ਉਹ ਮੇਰੇ ਤੋਂ ਹੋਇਆ ਹੈ। ਐਸੋ ਪਾਪ ਅਚਾਨਕ ਲਏ। ਇਸ ਤਰ੍ਹਾਂ ਦਾ ਅਚਾਨਕ ਪਾਪ ਮੇਰੇ ਤੋਂ ਹੋਇਆ ਹੈ। ਇਹ ਅਚਨਚੇਤ ਪਾਪ ਸੀ। ਮਨੁੱਖ ਤਾਂ ਜਾਣ ਬੁੱਝ ਕੇ ਅਨੇਕਾਂ ਪਾਪ ਕਰਦਾ ਹੈ ਅਤੇ ਫਿਰ ਵੀ ਆਪਣੇ ਆਪ ਨੂੰ ਦੋਸ਼ੀ ਨਹੀਂ ਮੰਨਦਾ ਕਿ ਮੈਂ ਤਾਂ ਕੀਤਾ ਹੀ ਕੀ ਹੈ। ਪਰ ਜਦੋਂ ਕਰਮਾਂ ਦਾ ਫਲ ਮਿਲਦਾ ਹੈ ਅਤੇ ਫਿਰ ਦੁਖੀ ਹੁੰਦਾ ਹੈ, ਫਿਰ ਦੋਸ਼ ਰੱਬ ਨੂੰ ਦਿੰਦਾ ਹੈ। ਇਹ ਮਨਮੁੱਖ ਦੇ ਕਰਮ ਨੇ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਇਹ ਦਿੱਤਾ ਹੈ। ਮਹਾਰਾਜ ਕਹਿੰਦੇ ਕਦੇ ਵੀ ਪਰਮਾਤਮਾ ਦੇ ਉੱਤੇ ਦੋਸ਼ ਨਹੀਂ ਦੇਣਾ, ਅਕਾਲ ਪੁਰਖ ਨੂੰ ਦੋਸ਼ੀ ਨਹੀਂ ਠਹਿਰਾਉਣਾ। ਦੋਸ਼ੀ ਤਾਂ ਅਸੀਂ ਆਪ, ਗੁਨਾਹ ਤਾਂ ਅਸੀਂ ਆਪ ਕੀਤੇ ਨੇ, ਬੀਜ ਤਾਂ ਆਪ ਬੀਜੇ ਨੇ, ਉਹਨਾਂ ਦਾ ਫਲ ਫਿਰ ਭੁਗਤ ਰਹੇ ਹਾਂ।
ਇਸ ਲਈ ਜਿਹੜੇ ਧਰਮੀ ਹਨ ਅਚਨਚੇਤ ਹੋਣ ਵਾਲੇ ਪਾਪ ਤੋਂ ਵੀ ਡਰਦੇ। ਭਾਈ ਤਲੋਕਾ ਜੀ ਨੇ ਚਿੱਤ 'ਚ ਵਿਚਾਰਿਆ ਕਿ ਪਾਪ ਜਿਹੜਾ ਸੀ ਮੇਰੇ ਤੋਂ ਅਚਾਨਕ ਹੋਇਆ ਹੈ। ਇਕ ਕੇ ਹਤੀ ਤੀਨ ਮਰ ਗਏ। ਵਾਰ ਤਾਂ ਇੱਕ ਦੇ ਉੱਤੇ ਕੀਤਾ ਸੀ, ਸ਼ਿਕਾਰ ਤਾਂ ਇੱਕ ਹਿਰਨੀ ਦਾ ਕੀਤਾ ਸੀ, ਪਰ ਇੱਕ ਦੇ ਮਾਰਿਆਂ ਜਿਹੜੇ 3 ਮਰ ਗਏ, ਕਿਉਂਕਿ 2 ਜਿਹੜੇ ਸਨ ਉਹ ਹਿਰਨੀ ਦੇ ਪੇਟ ਦੇ ਵਿੱਚ ਬੱਚੇ ਸਨ। ਇੱਕ ਦਾ ਸ਼ਿਕਾਰ ਕੀਤਿਆਂ 3 ਦੀ ਮੌਤ ਹੋਈ ਹੈ। ਗੁਰ ਉਪਦੇਸ਼ ਕਰਿਓ ਤਬ ਸਿਮਰਣਾ। ਤਦੋਂ ਭਾਈ ਤਲੋਕਾ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਉਪਦੇਸ਼ ਯਾਦ ਕੀਤਾ ਹੈ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਉਪਦੇਸ਼ ਦੇ ਕੇ ਕਿਹਾ ਸੀ ਕਿ ਅਹਿੰਸਾ ਤੋਂ ਬਚਣਾ ਹੈ, ਹੱਤਿਆ ਤੋਂ ਬਚਣਾ ਹੈ। ਸੋ ਉਸ ਵੇਲੇ ਭਾਈ ਤਲੋਕਾ ਜੀ ਨੂੰ ਗੁਰੂ ਉਪਦੇਸ਼ ਯਾਦ ਆਇਆ। ਸੰਗਤ ਵੀ ਇਸੇ ਕਰਕੇ ਕਰਦੇ ਹਾਂ ਕਿ ਆਪਾਂ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਜਾ ਕੇ ਗੁਰ ਉਪਦੇਸ਼ ਸੁਣੀਏ, ਉਹ ਉਪਦੇਸ਼ ਸੁਣ ਕੇ ਆਪਣੇ ਜੀਵਨ ਦੇ ਵਿੱਚ ਉਹਨਾਂ ਬਚਨਾਂ ਨੂੰ ਕਮਾਈਏ। ਹਰ ਰੋਜ਼ ਆਪਾਂ ਬਾਣੀ ਪੜ੍ਹਨੀ ਹੈ, ਸੰਗਤ ਕਰਨੀ ਹੈ ਅਤੇ ਗੁਰੂ ਸਾਹਿਬ ਦੇ ਬਚਨਾਂ ਦੀ ਵਿਚਾਰ ਕਰਨੀ ਕਿ ਗੁਰੂ ਸਾਹਿਬ ਸਾਨੂੰ ਉਪਦੇਸ਼ ਕੀ ਦਿੰਦੇ ਅਤੇ ਅਸੀਂ ਜੀਵਨ ਵਿੱਚ ਕੀ ਕਰ ਰਹੇ। ਕਿਤੇ ਕੋਈ ਸਾਡਾ ਕੀਤਾ ਹੋਇਆ ਕਰਮ ਸਾਨੂੰ ਗੁਰੂ ਤੋਂ ਬੇਮੁਖ ਤਾਂ ਨਹੀਂ ਕਰ ਰਿਹਾ, ਗੁਰੂ ਤੋਂ ਦੂਰ ਤਾਂ ਨਹੀਂ ਲਿਜਾ ਰਿਹਾ। ਇਸ ਗੱਲ ਦੀ ਵਿਚਾਰ ਜਿਹੜੇ ਨੇ ਉਹ ਗੁਰਮੁਖ ਕਰਦੇ, ਸਤ ਸੰਗੀ ਕਰਦੇ ਨੇ, ਜਗਿਆਸੂ ਕਰਦੇ। ਇੱਕ ਤਾਂ ਆਮ ਮਨੁੱਖ ਹੈ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਕੋਈ ਬਸਤਰ ਹੋਵੇ, ਕੱਪੜਾ ਹੋਵੇ, ਉਸ ਕੱਪੜੇ ਨੂੰ ਜੇ ਕਿਤੇ ਇੱਕ ਦਿਨ ਪਾਈਏ, ਦੂਜੇ ਦਿਨ ਲੋੜ ਪੈਂਦੀ ਹੈ ਕਿ ਇਹਨੂੰ ਧੋਤਾ ਜਾਵੇ। ਅਤੇ ਜੇ ਕੋਈ ਜ਼ਿਆਦਾ ਸਰਦੀਆਂ ਵਾਲਾ ਬਸਤਰ ਹੈ ਤਾਂ ਉਹਨੂੰ ਥੋੜ੍ਹੇ ਦਿਨਾਂ ਬਾਅਦ ਧੋ ਲਈਦਾ ਹੈ। ਪਰ ਜੇ ਕੋਈ ਬਸਤਰ ਐਸਾ ਹੋਵੇ ਕਿ ਉਹਨੂੰ ਬਾਰ-ਬਾਰ ਹਰ ਰੋਜ਼ ਮੈਲ ਲੱਗਦੀ ਜਾਵੇ, ਉਸ ਬਸਤਰ ਨੂੰ ਧੋਣਾ ਬੰਦ ਕਰ ਦਈਏ ਅਤੇ ਫਿਰ ਇੱਕ ਦਿਨ ਮੈਲ ਉਹ ਕੱਪੜੇ 'ਤੇ ਇੰਨੀ ਭਾਰੀ ਹੋ ਜਾਂਦੀ ਹੈ ਕਿ ਫਿਰ ਪਤਾ ਹੀ ਨਹੀਂ ਚੱਲਦਾ ਕਿ ਕੱਪੜਾ ਮੈਲਾ ਵੀ ਹੈ ਕਿ ਨਹੀਂ, ਪਰ ਮੈਲ ਉਸ ਕੱਪੜੇ ਦੇ ਵਿੱਚ ਵੜ ਜਾਂਦੀ। ਬਾਅਦ ਵਿੱਚ ਜਦੋਂ ਕਈ ਯਤਨਾਂ ਦੇ ਨਾਲ ਉਹ ਕੱਪੜੇ ਨੂੰ ਧੋਤਾ ਜਾਵੇ ਅਤੇ ਫਿਰ ਪਤਾ ਲੱਗਦਾ ਹੈ ਕਿ ਕੱਪੜਾ ਕਿੰਨਾ ਮੈਲਾ ਸੀ ਅਤੇ ਹੁਣ ਕਿੰਨਾ ਇਹ ਕੱਪੜਾ ਸਾਫ਼ ਹੈ। ਇਸ ਲਈ ਮਨ ਦੀ ਹਾਲਤ ਵੀ ਇਸ ਤਰ੍ਹਾਂ ਹੈ, ਜਿਉਂ-ਜਿਉਂ ਆਪਾਂ ਸੰਗਤ ਕਰਾਂਗੇ ਤਿਉਂ-ਤਿਉਂ ਆਪਣੇ ਕੀਤੇ ਹੋ ਗੁਨਾਹ ਸਾਹਮਣੇ ਆਉਂਦੇ ਕਿ ਸਾਡੇ ਕੋਲੋਂ ਆਹ ਮਾੜਾ ਕਰਮ ਹੋਇਆ ਸੀ, ਆਹ ਜਿਹੜਾ ਅਸੀਂ ਕੰਮ ਕਰਨ ਲੱਗੇ ਹਾਂ ਸਾਨੂੰ ਗੁਰੂ ਸਾਹਿਬ ਨੇ ਕਰਨ ਤੋਂ ਮਨ੍ਹਾ ਕੀਤਾ ਹੈ। ਇਸ ਗੱਲ ਦੀ ਆਪਾਂ ਵਿਚਾਰ ਕਰਾਂਗੇ। ਪਰ ਜਦੋਂ ਸੰਗਤ ਤੋਂ ਦੂਰ ਹੋ ਗਏ, ਗੁਰ ਉਪਦੇਸ਼ ਸੁਣਨ ਤੋਂ ਦੂਰ ਹੋ ਗਏ, ਅਤੇ ਫਿਰ ਪਤਾ ਕਿੱਦਾਂ ਲੱਗੇਗਾ ਕਿ ਅਸੀਂ ਜੀਵਨ ਵਿੱਚ ਕਰਨ ਕੀ ਆਏ ਹਾਂ, ਕਰ ਕੀ ਰਹੇ ਹਾਂ, ਪਾਪ ਕਹਿੰਦੇ ਕਿਹਨੂੰ ਹਨ। ਇਸ ਕਰਕੇ ਭਾਈ ਤਲੋਕਾ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਪਦੇਸ਼ ਬਚਨ ਯਾਦ ਕੀਤਾ ਹੈ ਕਿ ਕੀ ਉਪਦੇਸ਼ ਗੁਰੂ ਸਾਹਿਬ ਨੇ ਦਿੱਤਾ ਹੈ। ਦਇਆ ਕਰੋ ਨਹਿ ਹਣੋ ਜੀਵ ਗਾਨਾ। ਇਹ ਉਪਦੇਸ਼ ਗੁਰੂ ਅਰਜਨ ਦੇਵ ਸਾਹਿਬ ਨੇ ਭਾਈ ਤਲੋਕੇ ਨੂੰ ਦਿੱਤਾ ਸੀ ਕਿ ਭਾਈ ਤਲੋਕਾ ਤੂੰ ਗ੍ਰਸਤੀ ਹੈ ਨਾ, ਅਤੇ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਧਰਮ ਦੀ ਕਿਰਤ ਕਰਨੀ ਹੈ ਅਤੇ ਜੀਵਾਂ 'ਤੇ ਦਇਆ ਕਰਨੀ, ਉਹਨਾਂ 'ਤੇ ਤਰਸ ਕਰਨੀ ਹੈ। ਅਤੇ ਹੱਤਿਆ ਕਈ ਪ੍ਰਕਾਰ ਦੀ ਉਹ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਅਸਲ ਵਿੱਚ ਧਰਮ ਦਾ ਮੁੱਢ ਜਿਹੜਾ ਹੈ ਉਹ ਦਇਆ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੀ ਬਚਨ ਪੜ੍ਹਦੇ ਹਾਂ, ਧੌਲ ਧਰਮ ਦਇਆ ਕਾ ਪੂਤ। ਦਇਆ ਦਾ ਪੁੱਤਰ ਹੈ ਧਰਮ। ਜੇ ਦਇਆ ਹੈ ਤੇ ਧਰਮ ਦੀ ਹੋਂਦ ਕਾਇਮ ਹੈ। ਇਸ ਕਰਕੇ ਜਿੰਨੀ, ਕਿਉਂਕਿ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਦਿਆਲੂ ਹੈ, ਗੁਰੂ ਦਾ ਸਰੂਪ ਸਤਿਗੁਰੂ ਇੰਨੇ ਦਿਆਲੂ ਨੇ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਗੁਰੂ ਵਰਗੀ ਦਇਆ ਕਿਸੇ ਅੰਦਰ ਹੋਰ ਨਹੀਂ। ਇਸੇ ਤਰ੍ਹਾਂ ਦਾ ਸਰੂਪ ਸਤਿਗੁਰਾਂ ਨੇ ਆਪਣੇ ਖਾਲਸੇ ਦਾ ਬਣਾਇਆ। ਸਿੱਖ ਦੇ ਅੰਦਰ ਵੀ ਇਹ ਗੁਣ ਰੱਖੇ ਹਨ ਕਿ ਇਹ ਵੀ ਦਿਆਲੂ ਹੈ। ਇਸ ਲਈ ਭਾਈ ਤਲੋਕੇ ਨੇ ਗੁਰੂ ਸਾਹਿਬ ਦਾ ਬਚਨ ਵਿਚਾਰਿਆ ਕਿ ਗੁਰੂ ਸਾਹਿਬ ਨੇ ਤਾਂ ਮੈਨੂੰ ਕਿਹਾ ਸੀ ਕਿ ਜੀਵਾਂ 'ਤੇ ਦਇਆ ਕਰਨੀ। ਮੈਂ ਤਾਂ ਇੱਕ ਹਿਰਨੀ 'ਤੇ ਵਾਰ ਕੀਤਾ, ਪਰ 2 ਬੱਚੇ ਉਹਦੇ ਤੜਫ ਤੜਫ ਕੇ ਮਰੇ ਹਨ। ਇਹ ਜਿਹੜਾ ਪਾਪ ਸੀ ਆਪਣਾ ਚਿਤਾਰਿਆ, ਇਹਨੂੰ ਵਿਚਾਰਿਆ ਤੇ ਆਪਣੇ ਕਰਮ ਨੂੰ ਤਰਕਾਰ ਪਾਈ ਹੈ। ਸੋ ਮੁਝ ਤੇ ਨਹਿ ਗਇਓ ਕਮਾਇਓ। ਕਿ ਬਚਨ ਗੁਰੂ ਸਾਹਿਬ ਦਾ ਮੇਰੇ ਤੋਂ ਕਮਾਇਆ ਨਾ ਗਿਆ। ਕਿੰਨਾ ਧਿਆਨ ਗੁਰੂ ਕੇ ਪਿਆਰ ਵਾਲੇ ਸਿੱਖ ਰੱਖਦੇ ਨੇ ਕਿ ਅਸੀਂ ਕਿਤੇ ਗੁਰੂ ਦੇ ਬਚਨਾਂ ਤੋਂ ਕਿਤੇ ਮੁਨਕਰ ਤਾਂ ਨਹੀਂ, ਕਿਉਂਕਿ ਸਿੱਖੀ ਖਲੋਤੀ ਹੀ ਗੁਰੂ ਦੇ ਬਚਨਾਂ 'ਤੇ ਹੈ। ਜਿਹੜਾ ਗੁਰੂ ਦੇ ਬਚਨ ਕਮਾਉਂਦਾ ਹੈ ਸਿੱਖ ਤਾਂ ਉਹ ਹੈ ਜਿਹਦੇ ਕੋਲ ਬਚਨ ਨਹੀਂ ਕਮਾਇਆ ਗਿਆ। ਉਂਝ ਕਵੇ ਕਿ ਮੈਂ ਸਿੱਖਾਂ ਇਕੱਲਾ ਪਹਿਰਾਵਾ ਪਾ ਕੇ ਅਸੀਂ ਰੱਖ ਸਕਦੇ ਹਾਂ, ਜੇ ਬਚਨ ਨਹੀਂ ਕਮਾ ਰਹੇ ਤਾਂ ਫਿਰ ਅਸਲ ਵਿੱਚ ਅਸੀਂ ਸਿੱਖੀ ਨੂੰ ਕਮਾਇਆ ਹੀ ਨਹੀਂ। ਇਸ ਲਈ ਇੱਥੇ ਭਾਈ ਤਲੋਕੇ ਜੀ ਨੇ ਵਿਚਾਰ ਕੀਤੀ ਹੈ
ਕਿ ਮੇਰੇ ਕੋਲੋਂ ਗੁਰੂ ਸਾਹਿਬ ਦਾ ਬਚਨ ਨਹੀਂ ਕਮਾਇਆ ਗਿਆ। ਜਾਂ ਤੇ ਦੋਸ਼ ਅਧਿਕ ਮੈਂ ਪਾਇਓ। ਇਸ ਕਰਕੇ ਮੈਂ ਵੱਡਾ ਦੋਸ਼ੀ ਹਾਂ। ਆਪਣੇ ਚਿੱਤ 'ਚ ਹੀ ਭਾਈ ਸਾਹਿਬ ਨੇ ਵਿਚਾਰ ਕੀਤੀ ਕਿ ਮੇਰੇ ਕੋਲੋਂ ਗੁਰੂ ਸਾਹਿਬ ਦਾ ਬਚਨ ਨਹੀਂ ਕਮਾਇਆ ਗਿਆ, ਮੈਂ ਗੁਰੂ ਦਾ ਗੁਨਾਹਗਾਰ ਹਾਂ, ਗੁਰੂ ਦਾ ਦੋਸ਼ੀ ਹਾਂ। ਸ਼ਸਤਰ ਪਾਸ ਤੇ ਅਗ ਹੋਏ ਆਵੈ। ਮੇਰੇ ਕੋਲ ਸ਼ਸਤਰ ਸੀ ਤਾਂ ਮੇਰੇ ਕੋਲ ਇਹ ਬਹੁਤ ਵੱਡਾ ਪਾਪ ਹੋਇਆ ਹੈ। ਤਿਆਗਨ ਕਰੋ ਨ ਪੁਨ ਕੋ ਘਾਵੈ। ਜੇ ਮੈਂ ਸ਼ਸਤਰ ਹੀ ਤਿਆਗ ਦਵਾਂ ਤੇ ਫਿਰ ਜੀਵ ਹੱਤਿਆ ਹੋਵੇਗੀ ਨਹੀਂ। ਇਹ ਭਾਈ ਸਾਹਿਬ ਜੀ ਨੇ ਆਪਣੇ ਚਿੱਤ 'ਚ ਵਿਚਾਰ ਕੀਤੀ। ਇਹ ਇਹਨਾਂ ਦੀ ਆਪਣੀ ਜਿਹੜੀ ਸੀ ਉਹ ਹਿਰਦੇ ਦੀ ਵਿਚਾਰ ਹੈ। ਪਰ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਬਚਨ ਕਹੇ ਹਨ ਕਮਾਉਣ ਵਾਸਤੇ ਕਿ ਸ਼ਸਤਰਧਾਰੀ ਹੋਣਾ, ਪਰ ਸ਼ਸਤਰ ਦੀ ਵਰਤੋਂ ਉਦੋਂ ਕਰਨੀ ਹੈ ਜਦੋਂ ਚਾਰੇ ਪਾਸਿਆਂ ਤੋਂ ਜ਼ੁਲਮ ਭਾਰੀ ਹੋ ਜਾਵੇ ਤੇ ਫਿਰ ਇਸ ਸ਼ਸਤਰ ਨੂੰ ਕਿਸੇ ਉੱਤੇ ਵਰਤਣਾ। ਉਦੋਂ ਇਹ ਜਿਹੜਾ ਸ਼ਸਤਰ ਹੈ ਉਹ ਕਿਸੇ ਦੇ ਉੱਤੇ ਵਾਰ ਕਰਨਾ ਬਿਲਕੁਲ ਜਾਇਜ਼ ਹੈ। ਪਰ ਭਾਈ ਸਾਹਿਬ ਜੀ ਨੇ ਆਪਣੇ ਚਿੱਤ 'ਚ ਵਿਚਾਰ ਕੀਤੀ ਹੈ ਕਿ ਮੇਰੇ ਕੋਲੇ ਸ੍ਰੀ ਸਾਹਿਬ, ਮੇਰੇ ਕੋਲੇ ਤਲਵਾਰ ਕਿਰਪਾਨ ਹੈ। ਜੇ ਮੇਰੇ ਕੋਲੇ ਨਾ ਹੁੰਦੀ ਤੇ ਫਿਰ ਮੈਂ ਕਿਸੇ ਦੀ ਹੱਤਿਆ ਨਹੀਂ ਸੀ ਕਰਨੀ। ਚਿਤ ਵਿਚਾਰ ਤਲਵਾਰ ਹਟਾਈ। ਆਪਣੇ ਚਿੱਤ ਵਿੱਚ ਵਿਚਾਰ ਕਰਕੇ ਭਾਈ ਤਲੋਕਾ ਜੀ ਨੇ ਆਪਣੀ ਜਿਹੜੀ ਕਿਰਪਾਨ ਹੈ ਉਹ ਛੱਡ ਦਿੱਤੀ ਹੈ। ਤੇਗ ਕਾਠ ਕੀ ਕਰ ਗਰ ਪਾਈ। ਪਰ ਹੁਣ ਨੌਕਰੀ ਕਰਦੇ ਸੀ ਮੁਗਲ ਹਾਕਮ ਦੇ ਕੋਲ ਤੇ ਨੌਕਰੀ ਇਹਨਾਂ ਦੀ ਇਹ ਸੀ ਪਹਿਰੇਦਾਰੀ ਕਰਨੀ, ਤੇ ਪਹਿਰੇਦਾਰੀ ਸ਼ਸਤਰਾਂ ਤੋਂ ਬਿਨਾਂ ਹੋ ਨਹੀਂ ਸਕਦੀ, ਕਿਰਪਾਨ ਤੋਂ ਬਿਨਾਂ ਕਿਸ ਤਰ੍ਹਾਂ ਕਰਨ। ਨੌਕਰੀ ਕਰ ਰਹੇ ਨੇ ਪਰ ਆਪਣੀ ਜਿਹੜੀ ਕਿਰਪਾਨ ਛੱਡ ਕੇ ਤੇ ਆਪਣੇ ਗਲ ਇਹਨਾਂ ਨੇ ਕਾਠ ਕਹਿੰਦੇ ਨੇ ਲੱਕੜ ਦੀ ਜਿਹੜੀ ਕਿਰਪਾਨ ਸੀ ਤਿਆਰ ਕਰਕੇ ਉਹ ਮਿਆਨ ਦੇ ਵਿੱਚ ਰੱਖ ਲਈ। ਮੁੱਠਾ ਤੇ ਉਹਦਾ ਉੱਪਰੋਂ ਲੋਹੇ ਦਾ ਹੈ, ਦਿਖਦੀ ਹੈ ਕਿ ਲੋਹੇ ਦੀ ਕਿਰਪਾਨ ਹੈ, ਤਲਵਾਰ ਹੈ, ਪਰ ਜਿਹੜੀ ਵਿੱਚ ਉਹਦਾ ਫਲ ਸੀ ਉਹ ਇਹਨਾਂ ਨੇ ਕਾਠ ਲੱਕੜ ਦਾ ਤਿਆਰ ਕਰਕੇ ਵਿੱਚ ਰੱਖਿਆ ਹੈ। ਕਿਤਕ ਦਿਵਸ ਗਰ ਰਾਖੀ ਸੋਈ। ਜਦੋਂ ਕੁਝ ਕੁ ਦਿਨ ਭਾਈ ਸਾਹਿਬ ਜੀ ਨੇ ਕਿਰਪਾਨ ਆਪਣੇ ਗਲ ਦੇ ਵਿੱਚ ਰੱਖੀ ਹੈ। ਉਤੋਤ ਲੋਕੇ ਕੋ ਰਿਪ ਕੋਈ। ਇੱਕ ਭਾਈ ਤਲੋਕਾ ਜੀ ਦਾ ਮਿੱਤਰ ਜਿਹੜਾ ਸੀ, ਭਾਈ ਤਲੋਕਾ ਜੀ ਦੇ ਇੱਕ ਨੇੜੇ ਰਹਿਣ ਵਾਲਾ ਸੀ। ਉਤੋਤ ਲੋਕੇ ਕੋ ਰਿਪ ਕੋਈ। ਹਾਂ, ਇੱਕ ਭਾਈ ਤਲੋਕਾ ਜੀ ਦੇ ਨਾਲ ਈਰਖਾ ਕਰਨ ਵਾਲਾ ਬੰਦਾ ਸੀ, ਕਿਉਂਕਿ ਈਰਖਾਲੂ ਲੋਕ ਵੀ ਨਾਲ ਹੀ ਚੱਲਦੇ ਨੇ। ਇਹਨਾਂ ਲੋਕਾਂ ਦਾ ਲੈਣ ਦੇਣ ਤਾਂ ਕੁਝ ਹੁੰਦਾ ਨਹੀਂ ਕਿਸੇ ਨਾਲ, ਪਰ ਫਜ਼ੂਲ ਦੇ ਵਿੱਚ ਮਨ ਵਿੱਚ ਈਰਖਾ ਰੱਖਣੀ। ਉਹ ਈਰਖਾ ਦਾ ਕਾਰਨ ਇਹਦਾ ਵੱਧ ਸਤਿਕਾਰ ਕਿਉਂ, ਇਹਦਾ ਵੱਧ ਮਾਣ ਕਿਉਂ, ਇਹ ਵੱਧ ਕਮਾਈ ਕਿਉਂ ਕਰ ਰਿਹਾ, ਇਹਦੇ ਕੋਲ ਵੱਧ ਗੁਣ ਕਿਉਂ ਹਨ, ਇਸ ਤਰ੍ਹਾਂ ਦੀ ਮਨ ਦੇ ਵਿੱਚ ਫਜ਼ੂਲ ਵਿੱਚ ਈਰਖਾ ਰੱਖੀ ਜਾਣੀ। ਈਰਖਾਲੂ ਲੋਕ ਜਿਹੜੇ ਨੇ, ਈਰਖਾ ਵੀ ਇੱਕ ਅੱਗ ਦੀ ਤਰ੍ਹਾਂ ਹੈ, ਪਹਿਲਾਂ ਆਪ ਸੜਦੀ ਹੈ ਤੇ ਫਿਰ ਦੂਜੇ ਨੂੰ ਸਾੜਦੀ। ਇਸ ਤਰ੍ਹਾਂ ਈਰਖਾਲੂ ਲੋਕਾਂ ਦਾ ਆਪਣਾ ਸੁਭਾਅ ਹੁੰਦਾ ਹੈ। ਇਹਨਾਂ ਨੇ ਭਾਈ ਤਲੋਕਾ ਜੀ ਦਾ ਇੱਕ ਵੈਰੀ ਸੀ, ਈਰਖਾ ਇਹਨਾਂ ਦੇ ਨਾਲ ਰੱਖਦਾ ਸੀ। ਜਿਸ ਨੇ ਸਕਲ ਭੇਦ ਕੋ ਪਾਏ। ਉਸ ਵੈਰੀ ਨੇ ਸਾਰਾ ਜਿਹੜਾ ਭੇਦ ਸੀ ਪਾ ਲਿਆ। ਕਿਹੜਾ ਭੇਦ ਪਾ ਲਿਆ ਕਿ ਭਾਈ ਸਾਹਿਬ, ਭਾਈ ਤਲੋਕਾ ਜੀ ਆਪਣੇ ਮਿਆਨ ਦੇ ਵਿੱਚ ਲੋਹੇ ਦੀ ਨਹੀਂ ਲੱਕੜ ਦੀ ਤਲਵਾਰ ਰੱਖਦੇ ਹਨ। ਚਾਰੇ ਕਰੇ ਮੁਗਲ ਟਿਕ ਜਾਏ। ਇਸ ਈਰਖਾਲੂ ਬੰਦੇ ਨੇ ਜਾ ਕੇ ਮੁਗਲ ਹਾਕਮ ਦੇ ਕੋਲ ਚੁਗਲੀ ਕਰ ਦਿੱਤੀ। ਸਾਰੀ ਗੱਲ ਜਾ ਕੇ ਉਸ ਮੁਗਲ ਹਾਕਮ ਨੂੰ ਦੱਸੀ ਹੈ। ਕਹੈ ਤਿਲੋਕਾ ਬੜੋ ਸਿਪਾਹੀ। ਕਹਿਣ ਲੱਗਾ ਜਾ ਕੇ ਮੁਗਲ ਨੂੰ, ਹਾਕਮ ਨੂੰ ਕਹਿੰਦਾ ਹੈ ਕਿ ਤੁਸੀਂ ਭਾਈ ਤਲੋਕੇ ਨੂੰ ਕਹਿੰਦੇ ਹੋ ਕਿ ਉਹ ਬਹੁਤ ਸਿਆਣਾ ਹੈ, ਬੜਾ ਬਹਾਦਰ ਹੈ, ਬੜਾ ਬਲੀ ਸਿਪਾਹੀ ਹੈ। ਤੇਗ ਕਾਠ ਕੀ ਰਾਖਤ ਪਾਹੀ। ਪਰ ਕਦੇ ਤੁਸੀਂ ਦੇਖਿਆ ਹੈ ਜਿਹਨੂੰ ਤੁਸੀਂ ਸਲਾਉਂਦੇ ਹੋ ਨਾ, ਉਹਨੇ ਆਪਣੇ ਮਿਆਨ ਦੇ ਵਿੱਚ ਲੋਹੇ ਦੀ ਨਹੀਂ ਲੱਕੜ ਦੀ ਤਲਵਾਰ ਰੱਖੀ ਹੈ। ਲੋਹ ਮੂਠ ਉਪਰ ਦਿਖਰਾਈ। ਬਸ ਉਸ ਤਲਵਾਰ ਦੀ ਜਿਹੜੀ ਮੁੱਠਾ ਹੈ ਉਹੀ ਲੋਹੇ ਦਾ ਹੈ, ਪਰ ਵਿੱਚੋਂ ਜਿਹੜਾ ਉਹਦਾ ਫਲ ਹੈ ਉਹ ਲੱਕੜ ਦਾ ਹੈ। ਲਹਿ ਦਰਬ ਕੋ ਕਰ ਚਤੁਰਾਈ। ਬੜੀ ਚਤੁਰਾਈ ਦੇ ਨਾਲ ਉਹ ਤੁਹਾਡੇ ਕੋਲੋਂ ਤਨਖਾਹ ਲੈ ਲੈਂਦਾ ਹੈ, ਉਹ ਤੁਹਾਡੇ ਪਾਸੋਂ ਪੈਸੇ ਲੈ ਕੇ ਕਮਾਈ ਕਰਦਾ ਹੈ। ਸੁਣਤ ਮੁਗਲ ਨਹਿ ਮਾਨੀ ਬਾਨੀ। ਜਦੋਂ ਮੁਗਲ ਹਾਕਮ ਨੇ ਇਸ ਚੁਗਲਖੋਰ ਤੋਂ ਭਾਈ ਤਲੋਕੇ ਦੀ ਚੁਗਲੀ ਸੁਣੀ ਹੈ, ਉਸ ਵੇਲੇ ਜਿਹੜਾ ਮੁਗਲ ਹਾਕਮ ਸੀ ਉਹਨੇ ਗੱਲ ਨੂੰ ਚੰਗੀ ਤਰ੍ਹਾਂ ਜਾਣ ਲਿਆ। ਸੂਰ ਤਿਲੋਕਾ ਮਹਾ ਗੁਮਾਨੀ। ਕਿ ਭਾਈ ਤਲੋਕਾ ਜਿਹੜਾ ਆਪਣੇ ਆਪ ਵਿੱਚ ਬੜਾ ਵੱਡਾ ਸੂਰਮਾ ਕਹਾਉਂਦਾ ਹੈ, ਇਹ ਤਾਂ ਮੇਰੇ ਨਾਲ ਧੋਖਾ ਕਰ ਰਿਹਾ ਹੈ। ਮੈਂ ਸਾਦਰ ਰਾਖੋਂ ਦੇ ਧਨ ਕੋ। ਮੈਂ ਇਸ ਦਾ ਬੜਾ ਸਤਿਕਾਰ ਕਰਦਾ ਹਾਂ, ਇਹਨੂੰ ਬਹੁਤਾ ਧਨ ਦੇ ਕੇ, ਪੈਸੇ ਦੇ ਕੇ ਆਪਣੇ ਕੋਲ ਰੱਖਿਆ ਹੈ। ਜਾਨੋ ਕਾਜ ਕਰਹਿ ਬੜ ਰਨ ਕੋ। ਮੈਂ ਇਹ ਜਾਣਦਾ ਕਿ ਜੇ ਕਿਤੇ ਜੰਗ ਹੋਵੇ
ਤੇ ਜੰਗ ਦੇ ਵਿੱਚ ਇਹ ਆਪਣੇ ਵੱਡੇ ਹੱਥ ਦਿਖਾਵੇਗਾ। ਪੁਨਹ ਮੁਗਲ ਸੰਗ ਚੁਗਲ ਉਚਾਰੈ, ਜਿਹੜਾ ਚੁਗਲ ਸੀ ਉਸ ਨੇ ਮੁਗਲ ਦੇ ਤਾਈਂ ਫੇਰ ਇਹ ਗੱਲ ਕਹੀ। ਆਪ ਸਭਾ ਲਾਵੋ ਇੱਕ ਬਾਰ, ਕਹਿਣ ਲੱਗਾ ਦੇਖੋ ਜੇ ਤੁਸੀਂ ਇੱਕ ਵਾਰ ਸਾਰੇ ਸਿਪਾਹੀਆਂ ਦੀ ਸਭਾ ਸੱਦੋ, ਸਾਰਿਆਂ ਨੂੰ ਉਸ ਸਿਪਾਹੀਆਂ ਨੂੰ ਸਭਾ ਦੇ ਵਿੱਚ ਬੁਲਾਵੋ। ਤਬ ਹੈ ਅਚਾਨਕ ਲਿਹੋ ਨਿਕਸਾਈ, ਫਿਰ ਅਚਾਨਕ ਹੀ ਇਹਨਾਂ ਸਿਪਾਹੀਆਂ ਨੂੰ ਕਹੋ ਕਿ ਆਪਣੇ ਸ਼ਸਤਰ ਜਿਹੜੇ ਨੇ ਆਪਣੀਆਂ ਤਲਵਾਰਾਂ ਕੱਢ ਕੇ ਦਿਖਾਵੋ। ਦੇਖੀ ਪਰੈ ਹੋਏ ਜਸ ਪਾਈ, ਉਦੋਂ ਪਤਾ ਲੱਗੇਗਾ ਕਿ ਭਾਈ ਤਲੋਕੇ ਨੇ ਕਿੱਦਾਂ ਦੀ ਕਿਰਪਾਨ ਆਪਣੇ ਗਲ ਦੇ ਵਿੱਚ ਪਾਈ ਹੈ। ਜੇਕਰ ਤੇਗ ਕਾਠ ਕੀ ਹੋਏ, ਜੇ ਕਿਤੇ ਇਹ ਭਾਈ ਤਲੋਕੇ ਦੀ ਜਿਹੜੀ ਕਿਰਪਾਨ ਹੈ ਲੱਕੜ ਦੀ ਹੋਵੇ, ਦੇਹੋ ਨਾ ਦਰਬ ਬਿਨੋ ਕਰ ਸੋਏ, ਫਿਰ ਤੁਸੀਂ ਉਸ ਨੂੰ ਧਨ ਨਾ ਦਿਓ ਤੇ ਉਸ ਨੂੰ ਨੌਕਰੀ ਤੋਂ ਕੱਢ ਦਿਓ। ਬਸ ਇਹੋ ਈਰਖਾ ਸੀ ਇਸ ਈਰਖਾਲੂ ਬੰਦੇ ਦੇ ਅੰਦਰ, ਕਿਉਂਕਿ ਭਾਈ ਤਲੋਕਾ ਜੀ ਇੱਕ ਇਮਾਨਦਾਰ ਸਿੱਖ ਨੇ। ਗੁਰੂ ਸਾਹਿਬ ਦਾ ਬਚਨ ਸੁਣ ਕੇ ਉਹਦੀ ਕਮਾਈ ਕਰਦੇ ਨੇ। ਤੇ ਸਿੱਖਾਂ ਦਾ ਇਤਿਹਾਸ ਪੜ੍ਹ ਕੇ ਆਪਾਂ ਦੇਖੀਏ, ਜ਼ਿਆਦਾਤਰ ਜਿਹੜੇ ਸੰਗਤ ਕਰਨ ਵਾਲੇ ਨੇ ਉਹ ਕਿਤੇ ਵੀ ਨੌਕਰੀ ਕਰਦੇ ਰਹੇ, ਪਰ ਬੜੀ ਇਮਾਨਦਾਰੀ ਦੇ ਨਾਲ ਉਹਨਾਂ ਨੇ ਆਪਣੀਆਂ ਨੌਕਰੀਆਂ ਨਿਭਾਈਆਂ। ਤਵਾਰੀਖ ਦੇ ਪੰਨੇ ਸਾਹਮਣੇ ਪਏ ਨੇ। ਭਾਵੇਂ ਜੇ ਮੁਗਲਾਂ ਪਾਸ ਚਾਕਰੀ ਕੀਤੀ, ਉਹਨਾਂ ਕੋਲ ਰਹਿ ਕੇ ਵੀ ਆਪਣਾ ਜਿਹੜਾ ਧਰਮ ਸੀ ਉਹਨੂੰ ਕਮਾਉਂਦਿਆਂ ਹੋਇਆਂ ਨੌਕਰੀ ਵੀ ਜਿਹੜੀ ਹੈ ਉਹ ਆਪਣਾ ਉੱਚਾ ਸੁੱਚਾ ਜੀਵਨ ਰੱਖ ਕੇ ਸੋਹਣੇ ਕਿਰਦਾਰ ਦੇ ਨਾਲ ਉਹ ਨੌਕਰੀਆਂ ਨਿਭਾਈਆਂ। ਜਿਸ ਤਰ੍ਹਾਂ ਸਰਦਾਰ ਹੋਰ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਭਾਈ ਸੁਬੇਗ ਸਿੰਘ ਜੀ ਇਹ ਵੀ ਤੁਰਕਾਂ ਦੇ ਪਾਸ ਰਹਿ ਕੇ ਨੌਕਰੀ ਕਰਦੇ ਰਹੇ। ਬਾਅਦ ਵਿੱਚ ਭਾਵੇਂ ਇਹਨਾਂ ਨੇ ਧਰਮ ਨੂੰ ਕਮਾਉਂਦਿਆਂ ਹੋਇਆਂ ਸ਼ਹਾਦਤਾਂ ਵੀ ਪ੍ਰਾਪਤ ਕੀਤੀਆਂ, ਕਿਉਂਕਿ ਧਰਮ ਸਭ ਤੋਂ ਪਹਿਲਾਂ ਹੈ। ਜੇ ਕਿਤੇ ਨੌਕਰੀ ਕਰਦਿਆਂ ਕਿਤੇ ਧਰਮ ਦਾ ਨਿਰਾਦਰ ਹੁੰਦਿਆਂ ਦੇਖਿਆ ਤੇ ਫਿਰ ਉਹ ਧਰਮ ਦਾ ਨਿਰਾਦਰ ਨਾ ਸਹਾਰਦਿਆਂ ਹੋਇਆਂ ਆਪਣੀਆਂ ਸ਼ਹਾਦਤਾਂ ਤੱਕ ਦਿੱਤੀਆਂ। ਪਰ ਜੇ ਕਿਤੇ ਨੌਕਰੀ ਕਰਦੇ ਹਨ ਉੱਥੇ ਆਪਣਾ ਫਰਜ਼ ਸਮਝ ਕੇ, ਧਰਮ ਸਮਝ ਕੇ ਇਮਾਨਦਾਰੀ ਦੇ ਨਾਲ ਨੌਕਰੀਆਂ ਕੀਤੀਆਂ। ਜੇ ਕਿਤੇ ਵਿਦੇਸ਼ੀ ਹਕੂਮਤ ਸੀ, ਉਹਨਾਂ ਦਾ ਸਿੱਖਾਂ ਦਾ ਜਦੋਂ ਆਪਾਂ ਕਿਰਦਾਰ ਦੇਖਦੇ ਹਾਂ, ਭਾਵੇਂ ਗਿਣਤੀ ਦੇ ਵਿੱਚ 21 ਦੇ ਕਰੀਬ ਸਿਪਾਹੀ ਸਨ, ਬੜੀ ਬਹਾਦਰੀ ਦੇ ਨਾਲ ਉਹਨਾਂ ਨੇ 10,000 ਪਠਾਣਾਂ ਦੇ ਨਾਲ ਸਾਰਾਗੜ੍ਹੀ ਦੀ ਜੰਗ ਲੜੀ ਹੈ। ਇਸੇ ਤਰ੍ਹਾਂ ਹੁਣ ਦੇ ਸਮੇਂ 'ਚ ਵੀ ਐਸੇ ਅਨਿਨ ਸੇਵਕ ਹਨ ਜਿਹੜੇ ਨੌਕਰੀਆਂ ਭਾਵੇਂ ਕਿਸੇ ਅਹੁਦੇ 'ਤੇ ਕਰਦੇ ਨੇ, ਪਰ ਸਭ ਤੋਂ ਪਹਿਲਾਂ ਉਹ ਧਰਮੀ ਹਨ। ਜਿਸ ਤਰ੍ਹਾਂ ਸੰਨ 1984 ਦੇ ਵਿੱਚ ਜਿਹੜੀਆਂ ਫੌਜਾਂ ਚੜ੍ਹ ਕੇ ਆਈਆਂ, ਉਹਨਾਂ ਵਿੱਚ ਐਸੇ ਧਰਮੀ ਫੌਜੀ ਵੀ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਧਰਮ ਨੂੰ ਪਹਿਲ ਦਿੱਤੀ ਹੈ। ਪਰ ਜਦੋਂ ਕਿਤੇ ਆਪਾਂ ਉਹਨਾਂ ਦਾ ਕਿਰਦਾਰ ਦੇਖਦੇ ਹਾਂ, ਕਿਸ ਤਰ੍ਹਾਂ ਇਮਾਨਦਾਰੀ ਦੇ ਨਾਲ ਜਰਨਲ ਸੁਬੇਗ ਸਿੰਘ ਜੀ ਵਰਗਿਆਂ ਨੇ ਆਪਣਾ ਫਰਜ਼ ਨਿਭਾਉਂਦਿਆਂ ਹੋਇਆਂ ਦੇਸ਼ ਦੇ ਵਫਾਦਾਰ ਰਹਿ ਕਰਕੇ ਆਪਣੀ ਡਿਊਟੀ ਜਿਹੜੀ ਹੈ ਉਹ ਤਨਦੇਹੀ ਨਾਲ ਕੀਤੀ। ਸੋ ਇਹਨਾਂ ਦਾ ਇਤਿਹਾਸ ਜਿਹੜਾ ਹੈ ਉਹ ਸਾਡੇ ਸਾਹਮਣੇ ਹੈ। ਇਸੇ ਤਰ੍ਹਾਂ ਭਾਈ ਤਲੋਕਾ ਜੀ ਹੈ ਇਹ ਇਮਾਨਦਾਰ। ਇਹਨਾਂ ਦੀ ਇਮਾਨਦਾਰੀ ਕਰਕੇ ਜਿਹੜਾ ਮੁਗਲ ਹਾਕਮ ਸੀ ਹਮੇਸ਼ਾ ਇਹਨਾਂ ਨੂੰ ਆਪਣੇ ਕੋਲ ਰੱਖਦਾ ਸੀ। ਪਰ ਕੁਝ ਈਰਖਾਲੂ ਲੋਕ ਜਿਹੜੇ ਸਨ, ਜਿਸ ਤਰ੍ਹਾਂ ਜਰਨਲ ਸੁਬੇਗ ਸਿੰਘ ਜੀ ਦੇ ਨਾਲ ਵੀ ਈਰਖਾ ਰੱਖੀ ਗਈ, ਜਿਹੜਾ ਉਹਨਾਂ ਨੂੰ ਖਿਤਾਬ ਮਿਲਣਾ ਚਾਹੀਦਾ ਸੀ, ਉਹ ਕੁਝ ਈਰਖਾਲੂ ਲੋਕਾਂ ਨੇ ਉਹਨਾਂ ਨੂੰ ਖਿਤਾਬ ਲੈਣ ਨਾ ਦਿੱਤਾ। ਉਹਨਾਂ ਨੂੰ ਉਹ ਅਹੁਦਾ ਜਿਹੜਾ ਮਿਲਣਾ ਸੀ ਉਹ ਨਾ ਲੈਣ ਦਿੱਤਾ ਤੇ ਆਪ ਉਹ ਅਹੁਦੇ ਜਿਹੜੇ ਸਾਨੂੰ ਪ੍ਰਾਪਤ ਕੀਤੇ। ਇਸੇ ਤਰ੍ਹਾਂ ਭਾਈ ਤਲੋਕੇ ਦੇ ਨਾਲ ਈਰਖਾ ਕਰਨ ਵਾਲਾ ਜਿਹੜਾ ਬੰਦਾ ਸੀ, ਉਹ ਨਹੀਂ ਸੀ ਚਾਹੁੰਦਾ ਕਿ ਭਾਈ ਸਾਹਿਬ ਇਹਦੇ ਕੋਲ ਰਹਿਣ, ਹਾਕਮ ਦੇ ਕੋਲ ਰਹਿਣ। ਇਸ ਕਰਕੇ ਉਹਨੇ ਚੁਗਲੀ ਕਰ ਦਿੱਤੀ। ਕਹਿਣ ਲੱਗਾ ਜੇ ਇਹਨੂੰ ਹਮੇਸ਼ਾ ਕੋਲ ਰੱਖਦੇ ਹੋ ਨਾ, ਕਦੇ ਉਹਦੀ ਮਿਆਨ ਦੇ ਵਿੱਚੋਂ ਕਿਰਪਾਨ ਕਢਾ ਕੇ ਦੇਖੋ। ਉਹ ਲੱਕੜ ਦੀ ਕਿਰਪਾਨ ਗਲ ਵਿੱਚ ਪਾਈ ਬੈਠਾ ਹੈ। ਭਾਈ ਤਲੋਕਾ ਜੀ ਇਹ ਕੇਵਲ ਗੁਰੂ ਸਾਹਿਬ ਦੇ ਬਚਨ ਕਮਾਉਂਦਿਆਂ ਹੋਇਆਂ ਜਿਹੜਾ ਇਹਨਾਂ ਤੋਂ ਵੱਡਾ ਪਾਪ ਹੋਇਆ ਸੀ, ਉਸ ਕਰਕੇ ਭਾਈ ਸਾਹਿਬ ਜੀ ਨੇ ਆਪਣੇ ਆਪ ਨੂੰ ਧਰਕਾਰ ਪਾਈ ਸੀ ਤੇ ਆਪਣੇ ਮਿਆਨ ਦੇ ਵਿੱਚ ਕਾਠ ਦੀ ਤਲਵਾਰ ਰੱਖੀ ਸੀ। ਜਦੋਂ ਇਹਨਾਂ ਦੀ ਚੁਗਲੀ ਕੀਤੀ ਗਈ, ਹਾਕਮ ਜਿਹੜਾ ਸੀ ਗੁੱਸੇ ਵਿੱਚ ਆਇਆ। ਫਿਰ ਹੋਰ ਚੁੱਕਣਾ ਇਸ ਚੁਗਲਖੋਰ ਨੇ ਦਿੱਤੀ ਹੈ। ਕਹਿਣ ਲੱਗਾ ਇੱਕ ਵਾਰ ਤੁਸੀਂ ਸਾਰੇ ਸਿਪਾਹੀਆਂ ਦੀ ਸਭਾ ਬੁਲਾਓ। ਸਭਾ ਬੁਲਾ ਕੇ ਅਚਾਨਕ ਇਹਨਾਂ ਨੂੰ ਕਹੋ ਕਿ ਆਪਣੀਆਂ ਕਿਰਪਾਨਾਂ ਕੱਢ ਕੇ ਦਿਖਾਓ। ਜਦੋਂ ਸਾਰੇ ਆਪਣੀਆਂ ਤਲਵਾਰਾਂ ਕੱਢਣਗੇ ਫਿਰ ਪਤਾ ਲੱਗੇਗਾ ਕਿ ਜਿਹੜਾ ਭਾਈ ਤਲੋਕਾ ਹੈ ਉਹ ਕਿੰਨਾ ਇਮਾਨਦਾਰ ਹੈ। ਤੇ ਜੇ ਇਹਦੀ ਕਿਰਪਾਨ ਲੱਕੜ ਦੀ ਹੋਵੇ ਤੇ ਫਿਰ ਇਸ ਨੂੰ ਤੁਸੀਂ ਨੌਕਰੀ ਤੋਂ ਖਾਰਜ ਕਰ ਦਿਓ,
ਨੌਕਰੀ ਤੋਂ ਕੱਢ ਦਿਓ। ਹੋਏ ਜੇ ਲੋਹਾ ਖੜਗ ਪ੍ਰਕਾਸ਼, ਜੇ ਕਿਤੇ ਉਹਦੀ ਕਿਰਪਾਨ ਗਲ ਵਿੱਚ ਪਾਈ ਹੋਈ ਲੋਹੇ ਦੀ ਹੋਈ, ਤੋ ਲਿਹੋ ਦੰਡ ਜੇ ਹੋਏ ਮਮ ਪਾਸ। ਫਿਰ ਜਿੰਨਾ ਡੰਡ ਤੁਸੀਂ ਮੈਨੂੰ ਲਾਵੋਗੇ ਉਹ ਮੈਂ ਡੰਡ ਭਰਨ ਨੂੰ ਤਿਆਰ ਹਾਂ। ਇਹ ਬੰਦੇ ਨੇ ਜਿਹੜਾ ਅਧਰਮੀ ਸੀ, ਇਹਨੇ ਆਪਣੇ ਵੱਲੋਂ ਚੁਗਲੀ ਕੀਤੀ ਹੈ ਤੇ ਇਹਨੇ ਸੋਚਿਆ ਕਿ ਜੋ ਮੈਂ ਦੇਖਿਆ ਉਹ ਸੱਚ ਹੋਵੇਗਾ। ਪਰ ਜਿਹੜਾ ਗੁਰੂ ਦੇ ਭਰੋਸੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ, ਗੁਰੂ ਦੇ ਬਚਨਾਂ ਉੱਤੇ ਅੱਠੇ ਪੈਰ ਪਹਿਰਾ ਦੇ ਰਿਹਾ, ਬਚਨ ਕਮਾ ਰਿਹਾ, ਫਿਰ ਗੁਰੂ ਉਹਦੇ ਹਮੇਸ਼ਾ ਅੰਗ ਸੰਗ ਰਹਿੰਦਾ ਹੈ। ਜੋ ਕੁਝ ਮਨੁੱਖ ਦੇਖਦਾ ਹੈ, ਸੋਚਦਾ ਹੈ, ਉਹਦੇ ਤੋਂ ਵੀ ਉਹ ਪਰਾਂ ਤੋਂ ਪਰਾਂ ਕਰਨ ਵਾਲਾ ਉਹ ਪਰਮਾਤਮਾ ਆਪ ਹੈ। ਸੋ ਇਹ ਮਨੁੱਖ ਕਹਿਣ ਲੱਗਾ, ਜੇ ਕਿਤੇ ਭਾਈ ਤਲੋਕੇ ਦੇ ਗਲ ਲੋਹੇ ਦੀ ਕਿਰਪਾਨ ਹੋਈ ਤੇ ਫਿਰ ਤੁਸੀਂ ਜੋ ਮੈਨੂੰ ਡੰਡ ਦਓਗੇ, ਹਾਕਮ ਨੂੰ ਕਹਿੰਦਾ ਹੈ, ਉਹ ਮੈਨੂੰ ਪ੍ਰਵਾਨ ਹੈ। ਸੁਣਤ ਮੁਗਲ ਕੈ ਸੰਸਾ ਭਇਓ। ਇਸ ਮੁਗਲ ਕੋਲੋਂ ਗੱਲ ਜਦੋਂ ਇਸ ਸਿਪਾਹੀ ਤੋਂ ਗੱਲ ਜਦੋਂ ਮੁਗਲ ਹਾਕਮ ਨੇ ਸੁਣੀ ਹੈ, ਸੁਣ ਕੇ ਉਹਦਾ ਮਨ ਸ਼ੰਕੇ ਨਾਲ ਭਰ ਗਿਆ। ਸਕਲ ਦੀਵਾਨ ਲਾਏ ਨਿਜ ਲਿਓ। ਇਸ ਹਾਕਮ ਨੇ ਸਾਰੇ ਸਿਪਾਹੀਆਂ ਦਾ ਦੀਵਾਨ ਲਾ ਲਿਆ, ਸਭਾ ਲਾ ਲਈ। ਲੱਗੇ ਹੋਏ ਦੀਵਾਨ ਵਿੱਚ ਸਾਰੇ ਸਿਪਾਹੀ ਸੱਦੇ ਹਨ। ਖੜਗ ਸਿਪਰ ਧਰ ਬ੍ਰਿੰਦ ਸਿਪਾਹੀ। ਸਾਰੇ ਜਿਹੜੇ ਸਿਪਾਹੀ ਸਨ ਆਪਣੇ ਗਲ ਕਿਰਪਾਨਾਂ ਪਾ ਕੇ ਹਾਜ਼ਰ ਹੋਏ ਨੇ। ਬੈਠੇ ਸਹਿਤ ਤਲੋਕੇ ਪਾਹੀ। ਭਾਈ ਤਲੋਕਾ ਉਹ ਵੀ ਚੱਲ ਕੇ ਆਏ ਨੇ ਸਿਪਾਹੀਆਂ ਦੇ ਨਾਲ ਤੇ ਆ ਕੇ ਬੈਠ ਗਏ ਹਨ। ਨਹੀਂ ਨਿਰਾਦਰ ਇਸਕੋ ਹੋਏ। ਪਰ ਜਿਹੜਾ ਮੁਗਲ ਹਾਕਮ ਸੀ, ਸਾਰਿਆਂ ਦੇ ਵਿੱਚ ਭਾਈ ਸਾਹਿਬ ਦਾ ਬੜਾ ਸਤਿਕਾਰ ਸੀ ਤੇ ਹਾਕਮ ਨੇ ਸੋਚਿਆ ਕਿਤੇ ਇਹ ਗੱਲ ਝੂਠੀ ਨਾ ਹੋਵੇ। ਮੰਨ ਤਾਂ ਲਈ ਪਰਖ ਕਰਨ ਵਾਸਤੇ, ਪਰ ਇਹਦੇ ਮਨ ਵਿੱਚ ਇਹ ਵੀ ਖਿਆਲ ਆ ਰਿਹਾ ਕਿਤੇ ਗੱਲ ਝੂਠੀ ਨਾ ਹੋਵੇ ਤੇ ਇਹਦਾ ਭਰੀ ਸਭਾ ਦੇ ਵਿੱਚ ਨਰਾਦਰ ਨਾ ਹੋ ਜਾਵੇ, ਕਿਉਂਕਿ ਇਹ ਹਮੇਸ਼ਾ ਮੇਰੇ ਕੋਲ ਰਹਿੰਦਾ ਹੈ, ਮੇਰਾ ਨੇੜੇ ਰਹਿਣ ਵਾਲਾ ਇਮਾਨਦਾਰ ਸਿਪਾਹੀ ਹੈ। ਪਰਖ ਤਾਂ ਕਰਨੀ ਪੈਣੀ ਹੈ, ਪਰ ਕਿਤੇ ਇਹਦਾ ਭਰੀ ਸਭਾ ਦੇ ਵਿੱਚ ਨਰਾਦਰ ਨਾ ਹੋ ਜਾਵੇ। ਹਿਰਦੈ ਵਿਚਾਰ ਮੁਗਲ ਕੀਏ ਸੋਏ। ਮੁਗਲ ਹਾਕਮ ਨੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ ਹੈ। ਪ੍ਰਥਮ ਖੜਗ ਨਿਜ ਖੈਂਚ ਦਿਖਾਇਓ। ਸਭ ਤੋਂ ਪਹਿਲਾਂ ਭਰੀ ਸਭਾ ਵਿੱਚ ਦੀਵਾਨ ਦੇ ਵਿੱਚ ਉਸ ਹਾਕਮ ਨੇ ਆਪਣੀ ਜਿਹੜੀ ਤਲਵਾਰ ਸੀ ਮਿਆਨ ਤੋਂ ਬਾਹਰ ਧੂ ਲਈ। ਪੁਣ ਦੂਸਰ ਕੋ ਕਹਿ ਨਿਕਸਾਇਓ। ਮਿਆਨ ਚੋਂ ਬਾਹਰ ਕੱਢ ਕੇ ਕਿਰਪਾਨ ਤੇ ਮੁਗਲ ਹਾਕਮ ਨੇ ਦਿਖਾ ਦਿੱਤੀ ਸਾਰੀ ਸਭਾ ਨੂੰ। ਕਹਿਣ ਲੱਗਾ, ਦੇਖੋ ਜੀ, ਆ ਮੇਰੀ ਕਿਰਪਾਨ ਹੈ, ਹੁਣ ਸਾਰੇ ਸਿਪਾਹੀ ਤੁਸੀਂ ਆਪੋ ਆਪਣੀਆਂ ਕਿਰਪਾਨਾਂ ਕੱਢ ਕੇ ਦਿਖਾਓ। ਬੜੇ ਦਿਮਾਗ ਦੇ ਨਾਲ ਉਹਨੇ ਕੰਮ ਲਿਆ। ਕਿਤੇ ਇਕੱਲੇ ਭਾਈ ਤਲੋਕੇ ਨੂੰ ਕਿਹਾ ਤੇ ਉਹਦੀ ਕਿਰਪਾਨ ਲੋਹੇ ਦੀ ਹੋਈ ਤੇ ਭਰੀ ਸਭਾ ਦੇ ਵਿੱਚ ਕਿਤੇ ਨਰਾਦਰ ਹੀ ਨਾ ਹੋਵੇ, ਇਸ ਲਈ ਬੜੀ ਜੁਗਤੀ ਦੇ ਨਾਲ ਇਹਨੇ ਕੰਮ ਲਿਆ। ਸਭ ਤੋਂ ਪਹਿਲਾਂ ਆਪਣੀ ਕਿਰਪਾਨ ਬਾਹਰ ਕੱਢੀ ਮਿਆਨ ਚੋਂ। ਕਹਿਣ ਲੱਗਾ, ਦੇਖੋ ਇਹ ਮੇਰੀ ਕਿਰਪਾਨ, ਮੇਰੀ ਤਲਵਾਰ, ਹੁਣ ਤੁਸੀਂ ਸਾਰੇ ਸਿਪਾਹੀ ਆਪੋ ਆਪਣੀਆਂ ਕਿਰਪਾਨਾਂ ਕੱਢ ਕੇ ਦਿਖਾਵੋ। ਹੁਣ ਹੈ ਕਹੇ ਸਭ ਸ਼ੁਭਟ ਕਿਰਪਾਨ। ਜਦੋਂ ਇਸ ਮੁਗਲ ਨੇ ਸਾਰਿਆਂ ਨੂੰ ਕਿਹਾ ਤੇ ਫਿਰ ਸਾਰੇ ਸਿਪਾਹੀਆਂ ਨੇ ਆਪੋ ਆਪਣੀਆਂ ਕਿਰਪਾਨਾਂ ਬਾਹਰ ਕੱਢ ਲਈਆਂ। ਕਰਹੁ ਦਿਖਾਵਨ ਅਲਪ ਮਹਾਨ। ਹਾਂ, ਇਸ ਨੇ ਜਦੋਂ ਹਾਕਮ ਨੇ ਕਿਹਾ ਕਿ ਭਾਵੇਂ ਕੋਈ ਛੋਟਾ ਸਿਪਾਹੀ ਹੈ ਭਾਵੇਂ ਕੋਈ ਵੱਡਾ, ਭਾਈ ਤਲੋਕਾ ਜੀ ਵੱਡੇ ਸਿਪਾਹੀ ਸਨ, ਵੱਡਿਆਂ 'ਚ ਇਹਨਾਂ ਦੀ ਗਿਣਤੀ ਆਉਂਦੀ ਸੀ। ਹਰ ਰੋਜ਼ ਦੀ ਤਨਖਾਹ ਇਹਨਾਂ ਦੀ 50 ਰੁਪਏ ਸੀ। ਉਦੋਂ ਇੰਨੇ ਕੁ ਪੈਸਿਆਂ ਦਾ ਮੁੱਲ ਬਹੁਤ ਸੀ ਤੇ ਕੁਝ ਲੋਕ ਹੋਰ ਜਿਹੜੇ ਈਰਖਾਲੂ ਸਨ, ਈਰਖਾ ਕਰਦੇ ਸੀ ਕਿ ਜਿਸ ਅਹੁਦੇ ਤੇ ਭਾਈ ਸਾਹਿਬ ਬੈਠੇ ਨੇ ਇਹਨਾਂ ਨੂੰ ਪਿਛਾਂਹ ਕਰਕੇ ਅਸੀਂ ਉਸ ਅਹੁਦੇ ਤੇ ਬੈਠ ਸਕੀ। ਪਰ ਕਰ ਹੈ ਰਾਮ ਹੋਏ ਹੈ ਸੋਏ। ਜਿਹਨੂੰ ਮਾਲਕ ਵੱਡਾ ਕਰੇ ਵੱਡਾ ਤੇ ਉਹ ਹੋ ਸਕਦਾ ਹੈ। ਕਈ ਵਾਰੀ ਬੰਦਾ ਯਤਨ ਕਰਦਾ ਹੈ ਕਿ ਮੈਂ ਕੋਈ ਯਤਨ ਕਰਾਂ, ਇਹਦੇ ਅਹੁਦੇ ਨੂੰ ਇਹਨੂੰ ਪਿਛਾਂਹ ਕਰਕੇ ਇਸ ਅਹੁਦੇ ਤੇ ਮੈਂ ਕਾਬਜ ਹੋ ਸਕਾਂ। ਪਰ ਵੱਡਾ ਤਾਂ ਉਹੀ ਹੋ ਸਕਦਾ, ਉਹਦੇ ਤੇ ਤਾਂ ਉਹੀ ਬੈਠ ਸਕਦਾ ਹੈ ਜਿਹਨੂੰ ਮਾਲਕ ਆਪ ਬਾਹੋਂ ਫੜ ਕੇ ਬਿਠਾਵੇ। ਕਿਸੇ ਦੇ ਪਿਛਾਂਹ ਕਰਨ ਦੇ ਨਾਲ, ਕਿਸੇ ਦੇ ਪਿੱਛੇ ਧੱਕਿਆਂ ਇਸ ਤਰ੍ਹਾਂ ਉਹਦੇ ਪ੍ਰਾਪਤ ਨਹੀਂ ਹੁੰਦੇ। ਇਹਨੇ ਕਿਸੇ ਚੁਗਲਖੋਰ ਨੇ ਸੋਚਿਆ ਇਹ ਸੀ। ਜਦੋਂ ਹੁਣ ਮੁਗਲ ਹਾਕਮ ਨੇ ਕਿਹਾ ਸਾਰਿਆਂ ਨੂੰ ਕਿਰਪਾਨਾਂ ਬਾਹਰ ਕੱਢੋ, ਸਭ ਤੋਂ ਪਹਿਲਾਂ ਆਪਣੀ ਬਾਹਰ ਕੱਢੀ ਮਿਆਨ ਚੋਂ। ਜਦੋਂ ਸਾਰੇ ਸਿਪਾਹੀਆਂ ਨੂੰ ਕਿਹਾ ਭਾਵੇਂ ਕੋਈ ਛੋਟਾ ਹੈ ਭਾਵੇਂ ਕੋਈ ਵੱਡਾ ਹੈ, ਸਾਰੇ ਆਪੋ ਆਪਣੀਆਂ ਕਿਰਪਾਨਾਂ ਦਿਖਾਵੋ। ਸੁਣਤ ਮੁਗਲ ਤੇ ਡਰਤ ਤਲੋਕੇ। ਜਦੋਂ ਮੁਗਲ ਹਾਕਮ ਦੀ ਇਹ ਗੱਲ ਸੁਣੀ ਹੈ ਤੇ ਭਾਈ ਤਲੋਕਾ ਜੀ ਧਰਮੀ ਸਨ। ਮਨ ਜਿਹੜਾ ਸੀ ਉਸ ਵੇਲੇ ਡਰਿਆ ਇਸ ਕਰਕੇ ਨਹੀਂ ਕਿ ਮੈਨੂੰ ਨੌਕਰੀ ਚੋਂ ਕੱਢਣਗੇ, ਮਨ ਇਸ ਕਰਕੇ ਡਰਿਆ ਕਿ ਮੈਨੂੰ ਇਹ ਇਮਾਨਦਾਰ ਜਾਣ ਕੇ ਆਪਣੇ ਕੋਲ ਰੱਖਦਾ ਹੈ ਤੇ ਜਦੋਂ ਮੇਰੀ ਕਿਰਪਾਨ ਕਾਠ ਲੱਕੜ ਦੀ ਦੇਖੇਗਾ ਤੇ ਦੇਖ ਕਰਕੇ ਇਹਦੇ ਮਨ ਵਿੱਚ ਰੋਸ ਆਵੇਗਾ। ਇਹਦਾ ਮਨ ਜਿਹੜਾ ਹੈ ਉਹ ਮੇਰੇ ਤੋਂ ਉਦਾਸ ਹੋਵੇਗਾ।
ਉਸ ਵੇਲੇ ਭਾਈ ਤਲੋਕਾ ਜੀ ਨੇ ਮਨ 'ਚ ਵਿਚਾਰ ਕੀਤੀ ਹੈ, ਕਹੈ ਕਹਾਂ ਮਮ ਖੜਗ ਬਿਲੋਕੀ। ਕਹਵੇ ਗਾ ਕੇ ਕਿਸ ਤਰ੍ਹਾਂ ਦੀ ਕਿਰਪਾਨ ਆਪਣੇ ਗਲ 'ਚ ਪਾਈ, ਜਦੋਂ ਮੇਰੀ ਕਿਰਪਾਨ ਦੇਖ ਕਰਕੇ ਹੈਰਾਨ ਹੋਵੇਗਾ। ਤਬ ਸਤਿਗੁਰ ਔਰ ਸਿਮਰਨ ਕਰੇ। ਉਸ ਸਮੇਂ ਭਾਈ ਤਲੋਕਾ ਜੀ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਦਾ ਧਿਆਨ ਧਾਰਿਆ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਗੁਰ ਕੀ ਮੂਰਤ ਮਨ ਮੈਂ ਧਿਆਨ, ਮਨ ਦੇ ਵਿੱਚ ਸਤਿਗੁਰਾਂ ਦਾ ਧਿਆਨ ਧਾਰ ਕੇ ਮੈਂ ਉਪਦੇਸ਼ ਆਪ ਕੋ ਧਰੇ। ਇਹ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਮੈਂ ਤਾਂ ਤੁਹਾਡਾ ਉਪਦੇਸ਼ ਕਮਾਇਆ ਹੈ ਨਾ, ਮੈਨੂੰ ਤਾਂ ਤੁਸੀਂ ਹੁਕਮ ਕੀਤਾ ਸੀ ਕਿ ਦਇਆ ਕਰੋ ਨੈ ਹਨੋ ਜੀਵ ਗਨ, ਮੇਰੇ ਤੋਂ ਜੀਵ ਹੱਤਿਆ ਹੋਈ, ਤਾਂ ਕਰਕੇ ਮੈਂ ਕਿਰਪਾਨ ਜਿਹੜੀ ਸੀ ਗਲ ਵਿੱਚ ਕਾਠ ਲੱਕੜ ਦੀ ਪਾ ਲਈ। ਮੈਂ ਤਾਂ ਸਤਿਗੁਰੂ ਤੁਹਾਡਾ ਬਚਨ ਕਮਾਉਂਦਾ ਹਾਂ। ਰਹੋ ਅਹੰਸੋ ਤਜੀ ਤਲਵਾਰ। ਮੈਂ ਤਾਂ ਹੀ ਤਲਵਾਰ ਛੱਡੀ ਸੀ ਕਿ ਮੇਰੇ ਕੋਲੋਂ ਕਿਸੇ ਜੀਵ ਦੀ ਹੱਤਿਆ ਨਾ ਹੋਵੇ। ਉਗਰਹਿ ਪਰਦਾ ਸਭਾ ਮਝਾਰ। ਪਰ ਹੁਣ ਭਰੀ ਸਭਾ ਦੇ ਵਿੱਚ ਮੇਰਾ ਜਿਹੜਾ ਪਰਦਾ ਹੈ ਉਹ ਚੁੱਕਿਆ ਜਾਣ ਲੱਗਾ ਹੈ। ਅਬ ਮੇਰੀ ਤੁਮ ਕਰਹੁ ਸਹਾਈ। ਸਤਿਗੁਰੂ ਜੀ ਕਿਰਪਾ ਕਰੋ, ਹੁਣ ਤੁਸੀਂ ਮੇਰੀ ਸਹਾਇਤਾ ਕਰੋ। ਗੁਰ ਮੇਰਾ ਸੰਗ ਸਦਾ ਹੈ ਨਾਲੇ। ਸਿੱਖ ਗੁਰੂ ਦਾ ਬਚਨ ਕਮਾਉਂਦਾ ਹੈ ਨਾ, ਤੇ ਤਾਂ ਪਾਪ ਤੋਂ ਡਰਦਾ ਹੈ ਕਿ ਗੁਰੂ ਤਾਂ ਹਮੇਸ਼ਾ ਮੇਰੇ ਅੰਗ ਸੰਗ ਹੈ, ਤੇ ਜਦੋਂ ਮੈਂ ਕੋਈ ਪਾਪ ਕਰਾਂਗਾ ਤੇ ਉਹ ਗੁਰੂ ਜਾਣਦਾ ਹੈ, ਉਹਦੇ ਕੋਲੋਂ ਕੁਝ ਲੁਕਿਆ ਛਿਪਿਆ ਤਾਂ ਹੈ ਨਹੀਂ। ਜੇ ਇਸ ਤਰ੍ਹਾਂ ਜਾਣ ਕੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਤੇ ਪਰਮਾਤਮਾ ਦਾ ਨਿਰਮਲ ਭਾਵ ਆਪਣੇ ਮਨ 'ਚ ਰੱਖਦਾ ਹੈ, ਫਿਰ ਕਿਉਂ ਨਾ ਅਕਾਲ ਪੁਰਖ ਵਾਹਿਗੁਰੂ ਦੀ ਉੱਥੇ ਸਹਾਇਤਾ ਕਰੇ। ਜਿਸ ਤਰ੍ਹਾਂ ਭਗਤ ਪ੍ਰਹਿਲਾਦ ਦੀ ਕੀਤੀ, ਜਿਸ ਤਰ੍ਹਾਂ ਭਰੀ ਸਭਾ ਦੇ ਵਿੱਚ ਦ੍ਰੋਪਤਾ ਦੀ ਲਾਜ ਰੱਖੀ ਹੈ। ਅੱਜ ਇਹ ਨਹੀਂ ਕਿ ਪਰਮਾਤਮਾ ਅਰਦਾਸਾਂ ਸੁਣਦਾ ਨਹੀਂ, ਪਰ ਹੋਵੇ ਤਾਂ ਸਹੀ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਾਉਣ ਵਾਲਾ, ਸੁਣਾਉਣ ਵਾਲਾ, ਉਹਦੇ ਬਚਨਾਂ ਨੂੰ ਕਮਾਉਣ ਵਾਲਾ। ਭਾਈ ਤਲੋਕਾ ਜੀ ਨੇ ਅਰਦਾਸ ਕੀਤੀ, ਸਤਿਗੁਰੂ ਮੈਂ ਤੁਹਾਡਾ ਬਚਨ ਕਮਾਉਂਦਿਆਂ ਹੋਰ ਮੇਰੇ ਮਨ ਵਿੱਚ ਕੋਈ ਪਾਪ ਨਹੀਂ, ਬਸ ਤੁਹਾਡਾ ਬਚਨ ਕਮਾਉਂਦਿਆਂ ਕਿਤੇ ਮੇਰੇ ਤੋਂ ਜੀਵ ਹੱਤਿਆ ਨਾ ਹੋਵੇ, ਤਾਂ ਮੈਂ ਤਲਵਾਰ ਨੂੰ ਤਿਆਗਿਆ ਹੈ, ਤਾਂ ਮੈਂ ਗਲ ਲੱਕੜ ਦੀ ਕਿਰਪਾਨ ਪਾਈ ਹੈ। ਜਥਾ ਦ੍ਰੋਪਦੀ ਲਾਜ ਬਚਾਈ। ਅਰਦਾਸ ਕੀਤੀ ਹੈ, ਮਹਾਰਾਜ ਕਿਰਪਾ ਕਰੋ, ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਜ। ਜਿਸ ਤਰ੍ਹਾਂ ਆਪ ਜੀ ਨੇ ਦ੍ਰੋਪਦੀ ਦੀ ਭਰੀ ਸਭਾ ਦੇ ਵਿੱਚ ਲਾਜ ਰੱਖੀ ਸੀ। ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਸਤਿਗੁਰਾਂ ਦੀ ਪਾਵਨ ਗੁਰਬਾਣੀ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਭਰੀ ਸਭਾ ਦੇ ਵਿੱਚ ਜਿਹੜੀ ਦ੍ਰੋਪਦੀ ਸੀ, ਉਸ ਦੀ ਕਿਸ ਤਰ੍ਹਾਂ ਪਰਮਾਤਮਾ ਵਾਹਿਗੁਰੂ ਨੇ ਹਾਜ਼ਰ ਨਾਜ਼ਰ ਹੋ ਕਰਕੇ ਲਾਜ ਰੱਖੀ ਹੈ। ਸਾੜੀ ਹੋ ਕੇ ਨਾਰੀ ਹੈ ਕਿ ਨਾਰੀ ਹੋ ਕੇ ਸਾੜੀ ਹੈ, ਹੈਰਾਨ ਰਹਿ ਗਏ। ਉਹਦੇ ਬਸਤਰ ਉਤਾਰਦਿਆਂ ਤੇ ਢੇਰ ਲਾਗੇ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੇ ਅੰਦਰ ਲਿਖਿਆ ਹੈ ਕਿ ਭਰੀ ਸਭਾ ਦੇ ਅੰਦਰ ਬਸਤਰਾਂ ਦੇ ਢੇਰ ਲੱਗੇ, ਪਰ ਦ੍ਰੋਪਤਾ ਦੀ ਜਿਹੜੀ ਪੱਤ ਸੀ, ਲਾਜ ਸੀ, ਉਹ ਪਰਮਾਤਮਾ ਨੇ ਆਪ ਰੱਖੀ। ਹੁਣ ਭਾਈ ਤਲੋਕੇ ਨੇ ਵੀ ਇਹੋ ਬੇਨਤੀ ਕੀਤੀ ਹੈ, ਵਾਹਿਗੁਰੂ ਅਕਾਲ ਪੁਰਖ ਸਤਿਗੁਰੂ ਜੀ ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਸ ਤਰ੍ਹਾਂ ਆਪ ਜੀ ਨੇ ਕਿਰਪਾ ਕੀਤੀ, ਜਥਾ ਦ੍ਰੋਪਦੀ ਲਾਜ ਬਚਾਈ, ਜਿਸ ਤਰ੍ਹਾਂ ਦ੍ਰੋਪਦੀ ਦੀ ਭਰੀ ਸਭਾ ਦੇ ਵਿੱਚ ਲਾਜ ਇੱਜ਼ਤ ਰੱਖੀ ਹੈ। ਪਰਦਾ ਸਭਾ ਵਿਖੈ ਤਿਸ ਰਾਖਾ। ਸਭਾ ਦੇ ਵਿੱਚ ਉਸ ਦਾ ਪਰਦਾ ਰੱਖਿਆ, ਉਸ ਦੀ ਪੱਤ ਟੱਕੀ ਹੈ। ਪੁਰੀ ਨ ਦੁਸ਼ਟਨ ਕੀ ਅਬਿਲਾਖਾ। ਦੁਸ਼ਟਾਂ ਦੀ ਜਿਹੜੀ ਇੱਛਾ ਸੀ ਉਹ ਪੂਰੀ ਨਾ ਹੋ ਸਕੀ। ਤਿਮ ਮੇਰੀ ਅਬ ਲਾਜ ਰਖੀਜਾ। ਮਹਾਰਾਜ ਕਿਰਪਾ ਕਰੋ, ਇਸੇ ਤਰ੍ਹਾਂ ਹੁਣ ਮੇਰੀ ਲਾਜ ਰੱਖੋ। ਭਾਵੇਂ ਉਹ ਯੁੱਗ ਹੋਰ ਸੀ, ਪਰ ਤੁਸੀਂ ਤਾਂ ਹਰ ਯੁੱਗਾਂ ਦੇ ਵਿੱਚ ਆਪਣੇ ਭਗਤਾਂ ਦੀ ਲਾਜ ਰੱਖਦੇ ਹੋ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆ ਰਾਮ ਰਾਜੇ। ਤੁਸੀਂ ਤਾਂ ਹਰ ਯੁੱਗਾਂ ਵਿੱਚ ਲਾਜ ਰੱਖੀ, ਇਸ ਲਈ ਕਿਰਪਾ ਕਰੋ ਹੁਣ ਮੇਰੀ ਭਰੀ ਸਭਾ ਦੇ ਵਿੱਚ ਤਿਮ ਮੇਰੀ ਅਬ ਲਾਜ ਰੱਖੀਜੈ। ਹੁਣ ਮੇਰੀ ਵੀ ਕਿਰਪਾ ਕਰਕੇ ਪੱਤ ਢੱਕ ਲਓ। ਸਭਾ ਵਿਖੈ ਕਰ ਖੜਗ ਦਖੀਜਾ। ਹੁਣ ਸਭਾ ਦੇ ਵਿੱਚ ਇਹ ਜਿਹੜੀ ਖੜਗ ਹੈ ਨਾ ਉਹ ਦਿਸੇ। ਇਹ ਬਸ ਭਾਈ ਸਾਹਿਬ ਨੇ ਮਨ ਹੀ ਮਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਹੈ। ਨਾਹੇ ਤਾਹੇ ਰਹਿ ਕਾਠ ਕਿਰਪਾਨ। ਜੇ ਕਿਤੇ ਇਹਨਾਂ ਦੇ ਸਾਹਮਣੇ ਲੱਕੜ ਦੀ ਕਿਰਪਾਨ ਆਵੇਗੀ, ਕਰਹਿ ਮੁਗਲ ਮੇਰੀ ਤਬ ਹਾਨ। ਉਦੋਂ ਫਿਰ ਜਿਹੜੇ ਮੁਗਲ ਹਾਕਮ ਨੇ ਮੇਰੀ ਹਾਨੀ ਕਰਨਗੇ, ਮੇਰਾ ਨੁਕਸਾਨ ਕਰਨਗੇ। ਮਨ ਹੀ ਮਨੈ ਮਨਾਵਤ ਗੁਰ ਕੋ। ਬਸ ਮਨ ਹੀ ਮਨ ਭਾਈ ਤਲੋਕਾ ਜੀ ਗੁਰੂ ਅਰਜਨ ਦੇਵ ਸਾਹਿਬ ਨੂੰ ਯਾਦ ਕਰ ਰਹੇ, ਕਿਉਂਕਿ ਗੁਰੂ ਦਾ ਸਿੱਖ ਦਾ ਹਿਰਦਾ ਵਾਹਿਗੁਰੂ, ਜਿਹੜਾ ਗੁਰੂ ਤੇ ਸਿੱਖ ਦਾ ਹਿਰਦੇ ਕਰਕੇ ਸਾਂਝ ਹੈ ਅਕਾਲ ਪੁਰਖ ਦੇ ਨਾਲ, ਪਰਮੇਸ਼ਰ ਦੇ ਨਾਲ, ਉਹਦੇ ਜਗਿਆਸੂਆਂ ਦੀ, ਭਗਤਾਂ ਦੀ, ਹਿਰਦੇ ਕਰਕੇ ਇਹਨਾਂ ਦਾ ਆਪਣਾ ਸੰਬੰਧ ਹੈ। ਬਸ ਜਿੱਥੇ ਮਨ ਕਰਕੇ ਯਾਦ ਕੀਤਾ, ਹਿਰਦੇ ਕਰਕੇ ਯਾਦ ਕੀਤਾ ਹੈ, ਉੱਥੇ ਪਰਮਾਤਮਾ ਨੇ ਆਪਣੇ ਭਗਤਾਂ ਦੀ ਲਾਜ ਰੱਖੀ ਹੈ। ਦਹਲ ਰਹਿਓ ਨਹਿ ਧੀਰਜ ਉਰ ਕੋ। ਉਸ ਵੇਲੇ ਭਾਈ
ਤਲੋਕਾ ਜੀ ਇਸ ਗੱਲ ਕਰਕੇ ਮਨ ਵਿੱਚ ਬਹੁਤ ਡਰ ਰਹੇ ਹਨ। ਤਬ ਸਤਿਗੁਰ ਨਿਜਦਾਸ ਵਿਚਾਰਾ। ਫਿਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਤਲੋਕੇ ਨੂੰ ਆਪਣਾ ਦਾਸ ਜਾਣਿਆ, ਕਿਉਂਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਤਾਂ ਅੰਮ੍ਰਿਤਸਰ ਦੀ ਧਰਤੀ ਤੇ ਬਿਰਾਜਮਾਨ ਨੇ। ਭਾਈ ਤਲੋਕਾ ਜੀ ਗਜਨੀ ਦਾ ਇਲਾਕਾ ਹੈ, ਉੱਥੇ ਮੁਗਲ ਹਾਕਮ ਦੇ ਕੋਲ ਪਹਿਰੇਦਾਰੀ ਕਰਦੇ ਨੇ। ਸਰੀਰ ਕਰਕੇ ਦੂਰੀ ਭਾਵੇਂ ਕਿੰਨੀ ਹੈ, ਪਰ ਹਿਰਦਾ ਬਹੁਤ ਨੇੜੇ ਹੈ। ਜਿੱਥੇ ਮਨ ਕਰਕੇ ਯਾਦ ਕੀਤਾ ਉੱਥੇ ਉਹ ਹਾਜ਼ਰ ਹੁੰਦੇ ਹਨ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਭਾਈ ਤਲੋਕੇ ਦੀ ਅਰਦਾਸ ਸੁਣੀ ਹੈ ਤੇ ਵਿਚਾਰਿਆ ਕਿ ਭਾਈ ਤਲੋਕਾ ਸਾਡਾ ਸੇਵਕ ਹੈ, ਸਾਡਾ ਆਪਣਾ ਪਿਆਰਾ ਹੈ। ਭਏ ਸਹਾਇਕ ਲਾਏ ਨਾ ਬਾਰਾ। ਬਿਨਾਂ ਦੇਰੀ ਤੋਂ ਸਤਿਗੁਰੂ ਦੇ ਸਹਾਇਕ ਹੋਏ। ਮੱਖਣ ਸ਼ਾਹ ਲੁਬਾਣਾ ਸਮੁੰਦਰ 'ਚ ਡੁੱਬਦਾ ਬੇੜਾ ਯਾਦ ਕਰਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ, ਉੱਥੇ ਦੇਰੀ ਨਹੀਂ ਲਾਈ, ਕਿਉਂਕਿ ਜਦੋਂ ਕਿਸੇ ਦੀ ਸਹਾਇਤਾ ਲਈ ਉਡੀਕ ਕਰਦੇ ਹਾਂ ਉਹਨੂੰ ਆਉਣ ਵਿੱਚ ਕੁਝ ਦੇਰੀ ਲੱਗਦੀ, ਪਰ ਉਹ ਪਰਮਾਤਮਾ ਤਾਂ ਹਰ ਥਾਂ ਮੌਜੂਦ ਹੈ ਨਾ। ਤੇ ਫਿਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਸੰਬੰਧ ਵਿੱਚ ਪੜ੍ਹਦੇ ਹਾਂ ਕਿ ਜਿੱਥੇ ਵੀ ਉਹਨੂੰ ਅਰਾਧੀਦਾ ਉੱਥੇ ਉਹ ਹਾਜ਼ਰ ਹੁੰਦਾ ਹੈ। ਉਹ ਹੈ ਹੀ ਹਰ ਥਾਂ ਦੇ ਉੱਤੇ ਹਾਜ਼ਰ ਹੈ, ਕਿ ਹਾਜ਼ਰ ਹਜੂਰ ਹੈ, ਕਿ ਜ਼ਾਹਰ ਜ਼ਹੂਰ ਹੈ। ਆਉਣਾ ਉਹਨੂੰ ਪੈਂਦਾ ਹੈ ਜਿਹੜਾ ਦੂਰ ਹੋਵੇ, ਜਿਹੜਾ ਹੈ ਹੀ ਹਰ ਥਾਂ ਕਾਸ਼ ਦੀ ਤਰ੍ਹਾਂ ਵਿਆਪਕ। ਉਹਨੂੰ ਕਿਤੋਂ ਆਉਣ ਦੀ ਲੋੜ ਨਹੀਂ, ਬਸ ਉਹਨੂੰ ਯਾਦ ਕਰਨ ਦੀ ਲੋੜ ਹੈ, ਉਹਨੂੰ ਧਿਆਉਣ ਦੀ ਲੋੜ ਹੈ। ਉਸ ਵੇਲੇ ਬਿਨਾਂ ਦੇਰੀ ਤੋਂ ਸਤਿਗੁਰੂ ਅਰਜਨ ਦੇਵ ਸਾਹਿਬ ਨੇ ਸਹਾਇਤਾ ਕੀਤੀ ਹੈ। ਜਬ ਸਭ ਨੇ ਇਮ ਖੜਗ ਬਿਲੋਕੇ। ਜਦੋਂ ਭਰੀ ਸਭਾ ਦੇ ਵਿੱਚ ਸਾਰਿਆਂ ਨੇ ਆਪੋ ਆਪਣੀਆਂ ਕਿਰਪਾਨਾਂ ਦਿਖਾਈਆਂ ਨੇ। ਕਹਿਓ ਕਿ ਤੂੰ ਭੇ ਦਿਖਾਓ ਤਿਲੋਕੇ। ਭਾਈ ਤਲੋਕੇ ਨੂੰ ਕਹਿੰਦੇ ਨੇ, ਕਹਿੰਦੇ ਤਲੋਕਿਆ ਤੂੰ ਵੀ ਆਪਣੀ ਕਿਰਪਾਨ ਬਾਹਰ ਕੱਢ ਤੇ ਭਰੀ ਸਭਾ ਦੇ ਵਿੱਚ ਹਾਕਮ ਨੂੰ ਆਪਣੀ ਕਿਰਪਾਨ ਦਿਖਾ। ਕਿਸ ਪ੍ਰਕਾਰ ਕੋ ਰਾਖਤ ਪਾਸ। ਤੂੰ ਵੀ ਆਪਣੀ ਕਿਰਪਾਨ ਦਿਖਾ, ਕਿਸ ਤਰ੍ਹਾਂ ਦੀ ਕਿਰਪਾਨ ਤੂੰ ਆਪਣੀ ਮਿਆਨ ਵਿੱਚ ਰੱਖਦਾ ਹੈ। ਕੋ ਤਕਮਾ ਕਰ ਹੈ ਨਿਰਜਾਸ। ਤੇਰੀ ਕਿਰਪਾਨ ਦੇ ਉੱਤੇ ਕਿਹੜੀ ਮੋਹਰ ਲੱਗੀ ਹੈ, ਕਿਹੜੀ ਛਾਪ ਲੱਗੀ ਹੈ, ਅਸੀਂ ਚੰਗੀ ਤਰ੍ਹਾਂ ਦੇਖ ਲਈਏ। ਕਹਿਓ ਤਿਲੋਕੇ ਤਕਮਾ ਗੁਰ ਕੋ। ਭਾਈ ਤਲੋਕੇ ਨੇ ਨਾ ਕਿਹਾ, ਉਸ ਵੇਲੇ ਸ਼ਰਧਾ ਸੀ, ਪ੍ਰੇਮ ਸੀ ਗੁਰੂ ਦੇ ਨਾਲ। ਕਹਿਣ ਲੱਗੇ ਮੇਰੀ ਕਿਰਪਾਨ ਦੇ ਉੱਤੇ ਮੋਹਰ ਗੁਰੂ ਦੀ ਲੱਗੀ। ਸਾਰੇ ਕਹਿੰਦੇ ਕਿ ਆਪੋ ਆਪਣੀ ਕਿਰਪਾਨ ਦਿਖਾ, ਕਿਉਂਕਿ ਕਈ ਵਾਰੀ ਆਪਸ ਦੇ ਵਿੱਚ ਸਿੰਘ ਵੀ ਇਕੱਠੇ ਹੋਣ ਤੇ ਇੱਕ ਦੂਜੇ ਦੇ ਸ਼ਸਤਰ ਦੇਖਦੇ ਕਿ ਦਿਖਾ ਤਾਂ ਸਹੀ ਕਿ ਤੇਰੇ ਸ਼ਸਤਰਾਂ ਦੇ ਉੱਤੇ ਮੋਹਰ ਕਿਹੜੀ। ਇਸੇ ਤਰ੍ਹਾਂ ਭਰੀ ਸਭਾ ਦੇ ਵਿੱਚ ਸਾਰਿਆਂ ਨੇ ਕਿਰਪਾਨਾਂ ਦਿਖਾਈਆਂ। ਭਾਈ ਤਲੋਕੇ ਨੂੰ ਕਹਿੰਦੇ ਤੂੰ ਨਹੀਂ ਦਿਖਾਉਂਦਾ, ਤੇਰੀ ਕਿਰਪਾਨ ਦੇ ਉੱਤੇ ਕਿਸ ਦੀ ਮੋਹਰ ਲੱਗੀ। ਭਾਈ ਤਲੋਕਾ ਜੀ ਕਹਿੰਦੇ ਮੇਰੀ ਕਿਰਪਾਨ ਦੇ ਉੱਤੇ ਮੇਰੇ ਗੁਰੂ ਦੀ ਮੋਹਰ ਲੱਗੀ ਹੈ। ਮੋਹਰ ਖੜਗ ਪਰ ਨਹੀਂ ਅਪਰ ਕੋ। ਹਾਂ, ਮੇਰੀ ਕਿਰਪਾਨ ਦੇ ਉੱਤੇ ਹੋਰ ਕਿਸੇ ਦੀ ਮੋਹਰ ਨਹੀਂ, ਮੇਰੇ ਗੁਰੂ ਦੀ ਮੋਹਰ ਹੈ। ਜਸ ਸਤਿਗੁਰ ਨੇ ਦੀਨ ਸਮੋਹੀ। ਜਿਸ ਤਰ੍ਹਾਂ ਦੀ ਮੋਹਰ, ਜਿਸ ਤਰ੍ਹਾਂ ਦੀ ਕਿਰਪਾਨ ਮੇਰੇ ਗੁਰੂ ਨੇ ਮੈਨੂੰ ਦਿੱਤੀ ਹੈ, ਵਹਿਰ ਨਿਕਾਸ ਦਿਖਾਵੋ ਤੋਹੀ। ਮੈਂ ਉਸ ਕਿਰਪਾਨ ਨੂੰ ਬਾਹਰ ਕੱਢ ਕੇ ਤੁਹਾਨੂੰ ਦਿਖਾਉਂਦਾ ਹਾਂ। ਵਾਹਿਗੁਰੂ ਕਹਿ ਖੈਂਚ ਨਿਕਾਰਾ। ਉਸ ਵੇਲੇ ਭਾਈ ਤਲੋਕਾ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਤੇ ਪੂਰਨ ਸ਼ਰਧਾ ਰੱਖ ਕੇ ਆਪਣੀ ਜਿਹੜੀ ਕਿਰਪਾਨ ਸੀ ਮਿਆਨ ਦੇ ਵਿੱਚੋਂ ਬਾਹਰ ਖਿੱਚ ਲਈ ਹੈ। ਨਿਕਸੇ ਭਇਓ ਪ੍ਰਕਾਸ਼ ਉਦਾਰਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਤਲੋਕਾ ਜੀ ਦੀ ਕਿਰਪਾਨ ਦੇ ਵਿੱਚੋਂ ਐਸਾ ਪ੍ਰਕਾਸ਼ ਦਿਸਿਆ ਹੈ, ਉਹ ਸਾਰਿਆਂ ਨੇ ਉਸ ਕਿਰਪਾਨ ਨੂੰ ਚਮਕਦਿਆਂ ਦੇਖਿਆ। ਅਸ ਤੀਖਨ ਧਾਰਾ ਅਸ ਕੇਰੀ। ਐਸੀ ਤਿੱਖੀ ਧਾਰ ਉਸ ਕਿਰਪਾਨ ਨੂੰ ਲੱਗੀ ਹੋਈ ਸੀ, ਨਹੀਂ ਅਪਰ ਕੀ ਇਸ ਬਿਦਹੇਰੀ। ਜਿਹੜੀ ਧਾਰ, ਜਿਹੜੀ ਮੋਹਰ ਹੋਰ ਕਿਸੇ ਦੀ ਕਿਰਪਾਨ ਵਿੱਚ ਨਹੀਂ ਸੀ। ਇਸ ਤਰ੍ਹਾਂ ਦੀ ਭਾਈ ਤਲੋਕਾ ਜੀ ਦੀ ਭਰੀ ਸਭਾ ਦੇ ਵਿੱਚ ਸਾਰਿਆਂ ਨੇ ਮਿਆਨ ਵਿੱਚੋਂ ਨਿਕਲੀ ਹੋਈ ਕਿਰਪਾਨ ਦੇਖੀ ਹੈ। ਹੇਰਤ ਹਰਖਿਓ ਮੁਗਲ ਬਿਸਾਲਾ। ਇਹ ਦੇਖ ਕਰਕੇ ਜਿਹੜਾ ਮੁਗਲ ਹਾਕਮ ਸੀ ਉਹ ਬੜਾ ਖੁਸ਼ ਹੋਇਆ। ਦੁਗਣਾ ਰੋਜ਼ ਕਰਿਓ ਤਿਸ ਕਾਲਾ। ਭਾਈ ਸਾਹਿਬ ਜੀ ਦੀ ਜਿਹੜੀ ਤਨਖਾਹ ਸੀ ਉਹ ਦੂਣੀ ਕਰ ਦਿੱਤੀ। ਉਹਨੂੰ ਭਰੋਸਾ ਹੋਰ ਬਣ ਗਿਆ। ਕਹਿਣ ਲੱਗਾ ਤਲੋਕਿਆ ਤੇਰੀ ਅੱਜ ਤੋਂ ਬਾਅਦ ਤਨਖਾਹ ਜਿਹੜੀ ਹੈ ਉਹ ਦੂਣੀ ਹੈ, ਅੱਜ ਤੋਂ ਬਾਅਦ ਤੂੰ ਦੂਣੀ ਤਨਖਾਹ ਲਵੇਂਗਾ। ਦੰਡ ਦਿਓ ਤਿਸ ਚੁਗਲ ਉਦਾਰਾ। ਜਿਹੜਾ ਚੁਗਲਖੋਰ ਸੀ ਉਹਨੂੰ ਬੁਲਾ ਕੇ ਭਰੀ ਸਭਾ ਦੇ ਵਿੱਚ ਉਹਨੂੰ ਲੱਜਤ ਕੀਤਾ ਤੇ ਫਿਰ ਉਹਨੂੰ ਦੰਡ ਦਿੱਤਾ ਹੈ। ਇਹ ਹਾਲ ਹੁੰਦਾ ਹੈ ਨਿੰਦਕਾਂ ਦਾ। ਮਹਾਰਾਜ ਦੇ ਬਚਨ ਆਪਾਂ ਪੜ੍ਹਦੇ ਹਾਂ, ਨਿੰਦਕ ਕੇ ਮੁਖ ਕਾਲੇ ਕੀਨੇ। ਇਸ ਲੋਕ ਵਿੱਚ ਵੀ ਤੇ ਉਸ ਲੋਕ ਵਿੱਚ ਵੀ, ਦੀਨ ਵਿੱਚ, ਇਸ ਦੁਨੀਆ ਵਿੱਚ ਵੀ ਉਹਦਾ ਮੂੰਹ ਕਾਲਾ ਹੁੰਦਾ ਹੈ ਤੇ ਪਰਲੋਕ ਵਿੱਚ ਵੀ। ਇਸ ਤਰ੍ਹਾਂ ਉਸ ਜਿਹੜੇ ਚੁਗਲਖੋਰ ਦੀ ਹਾਲਤ ਹੋਈ ਹੈ, ਪਰ ਜਿਹਦੀ ਚੁਗਲੀ ਕੀਤੀ ਗਈ ਹੋਵੇ ਉਹ ਧਰਮੀ। ਤਾਈਓ ਭਾਈ ਸਾਹਿਬ ਭਗਤ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਨਾ ਕਿ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ। ਨਿੰਦਾ ਬਾਪ ਨਿੰਦਾ ਮਹਤਾਰੀ। ਨਿੰਦਾ ਹੋਏ ਤਾਂ ਬੈਕੁੰਠ ਜਾਈਏ। ਇਹੋ ਜਿਹੇ ਨਿੰਦਕ ਲੋਕ ਨਿੰਦਿਆ ਕਰਕੇ
ਤੇ ਸਾਨੂੰ ਬੈਕੁੰਠ ਦਾ ਵਾਸੀ ਬਣਾਉਂਦੇ ਨੇ। ਜਿਸ ਤਰ੍ਹਾਂ ਭਾਈ ਤਲੋਕੇ ਦੀ ਤਨਖਾਹ ਦੂਣੀ ਕਰਵਾ ਦਿੱਤੀ ਹੈ ਸੰਨਿੰਦਕ ਚੁਗਲ ਨੇ, ਕਿਉਂਕਿ ਪਰ ਭਾਈ ਤਲੋਕੇ ਜੀ ਸੱਚੇ ਸਨ, ਧਰਮੀ ਸਨ, ਤੇ ਧਰਮੀਆਂ ਦੀ ਸਹਾਇਤਾ ਪ੍ਰਮਾਤਮਾ ਵਾਹਿਗੁਰੂ ਆਪ ਕਰਦਾ ਹੈ। ਇਸ ਲਈ ਇਹ ਨਹੀਂ ਕਿ ਪਾਪ ਕਰਨੇ, ਧਰਮੀਆਂ ਵਾਲੇ ਕਰਮ ਕਰਨੇ, ਤੇ ਕੋਈ ਕਵੇ ਕਿ ਆਹ ਕੀ ਕਰ ਰਿਹਾ ਤੇ ਬੰਦਾ ਅੱਗੋਂ ਕਵੇ ਕਿ ਕਰੀ ਜਾ ਮੇਰੀ ਚੁਗਲੀ। ਇਹਨੂੰ ਚੁਗਲੀ ਨਹੀਂ ਕਹਿੰਦੇ। ਅਸਲ ਵਿੱਚ ਉਹ ਤਾਂ ਸੱਚ ਹੈ ਨਾ, ਪਰ ਜਿਹੜਾ ਬੰਦਾ ਧਰਮੀ ਹੋਵੇ, ਚੰਗਾ ਹੋਵੇ, ਇਮਾਨਦਾਰ ਹੋਵੇ, ਫਜ਼ੂਲ ਵਿੱਚ ਉਸ ਦੇ ਵਿੱਚੋਂ ਨੁਕਸ ਕੱਢਣੇ ਤੇ ਉਸ ਦੇ ਉੱਤੇ ਨੁਕਤਾਬਾਜ਼ੀ ਕਰਨੀ, ਨੁਕਤਾਚੀਨੀ ਕਰਨੀ, ਉਸ ਨੂੰ ਭੰਡਣਾ। ਜਿਸ ਤਰ੍ਹਾਂ ਭਾਈ ਸਾਹਿਬ ਜੀ ਤਲੋਕਾ ਜੀ ਦੀ ਇਹ ਧਰਮੀ ਸਨ, ਇਹਨਾਂ ਬਾਰੇ ਭਰੀ ਸਭਾ ਦੇ ਵਿੱਚ ਇਹਨਾਂ ਨੂੰ ਭੰਡਣ ਦਾ ਯਤਨ ਕੀਤਾ, ਪਰ ਹਾਕਮ ਜਿਹੜਾ ਸੀ ਉਹ ਦੇਖ ਕਰਕੇ ਬੜਾ ਖੁਸ਼ ਹੋਇਆ, ਕਹਿ ਦਿੱਤਾ ਕਿ ਅੱਜ ਤੋਂ ਬਾਅਦ ਤੁਹਾਡੀ ਤਨਖਾਹ ਦੂਣੀ, ਤੇ ਜਿਹੜਾ ਚੁਗਲ ਬੰਦਾ ਸੀ ਉਸ ਨੂੰ ਭਰੀ ਸਭਾ ਦੇ ਵਿੱਚ ਦੰਡ ਦਿੱਤਾ ਗਿਆ। ਮੁਖ ਕਾਰਾ ਕਰ ਵਹਿਰ ਨਿਕਾਰਾ, ਉਹਦਾ ਮੂੰਹ ਕਾਲਾ ਕੀਤਾ ਗਿਆ। ਲੋਕ ਵਿੱਚ ਵੀ ਇੱਥੇ ਵੀ ਹੋਇਆ ਤੇ ਪਰਲੋਕ ਵਿੱਚ ਵੀ ਫਿਰ ਮੂੰਹ ਕਾਲਾ ਹੀ ਹੋਣਾ ਹੈ ਨਾ, ਕਿਉਂਕਿ ਦਾਨੇ ਕਹਿੰਦੇ ਨੇ ਕਿ ਜੇ ਪਰਲੋਕ ਦੀ ਹਾਲਤ ਦੇਖਣੀ ਹੋਵੇ ਕਿਸੇ ਬੰਦੇ ਦੀ ਤੇ ਦੁਨੀਆ 'ਚ ਹੀ ਦਿਖ ਜਾਂਦੀ। ਜੋ ਹਾਲ ਉਹਦਾ ਇਸ ਸੰਸਾਰ ਵਿੱਚ ਹੋ ਰਿਹਾ ਹੁੰਦਾ ਉਹੀ ਪਰਲੋਕ ਵਿੱਚ ਹੋਣਾ ਹੈ। ਜੇ ਇਸ ਲੋਕ ਵਿੱਚ ਜਸ ਹੋ ਰਿਹਾ ਉਹ ਧਰਮੀ ਹੈ ਤੇ ਧਰਮੀ ਦਾ ਜਸ ਹੁੰਦਾ ਹੈ, ਤੇ ਜਿਹੜਾ ਕੋਈ ਹੈ ਹੀ ਧਰਮੀ, ਕਰਮ ਹੀ ਮਾੜੇ ਕਰ ਰਿਹਾ ਤੇ ਸਾਰਾ ਸਮਾਜ ਉਹਨੂੰ ਫਿਰ ਕਹਿੰਦਾ ਹੈ ਕਿ ਮਾੜਾ ਹੈ, ਇਹ ਬੁਰਾ ਹੈ, ਇਹਦਾ ਅਹੁਦੇ ਤਾਂ ਤੇ ਬੈਠਾ ਹੈ ਪਰ ਗਰੀਬਾਂ ਉੱਪਰ ਜੇ ਖਿੰਜਾ ਦਾੜੀ, ਪਾਰ ਬ੍ਰਹਮ ਸਾਗਰ ਮੈਂ ਸਾੜੀ। ਫਿਰ ਪ੍ਰਜਾ ਦੀ ਆਵਾਜ਼ ਹੀ ਜਿਹੜੀ ਹੈ ਨਾ, ਲੋਕਾਂ ਦੀ ਆਵਾਜ਼ ਉੱਪਰ ਲੋਕ ਦੇ ਵਿੱਚ ਵੀ ਉਹਦਾ ਉਹ ਹਾਲ ਕਰਾਉਂਦੀ। ਉਸ ਨਿੰਦਕ ਦਾ, ਚੁਗਲ ਦਾ ਮੂੰਹ ਕਾਲਾ ਕਰਕੇ ਉਹਨੂੰ ਸਭਾ ਵਿੱਚੋਂ ਬਾਹਰ ਕੱਢਿਆ ਗਿਆ। ਅਤ ਸ਼ਰਧਾ ਧਰ ਸਤਿਗੁਰ ਮਾਹੀ, ਭਾਈ ਤਲੋਕੇ ਜੀ ਦੀ ਹੋਰ ਵੀ ਸ਼ਰਧਾ ਗੁਰੂ ਸਾਹਿਬ ਪ੍ਰਤੀ ਵਧੀ ਹੈ। ਕੇਤਿਕ ਦਿਨ ਮਹਿ ਆਇਓ ਪਾਹੀ, ਬਹੁਤੀ ਸ਼ਰਧਾ ਮਨ ਵਿੱਚ ਰੱਖ ਕੇ ਭਾਈ ਸਾਹਿਬ ਜੀ ਫਿਰ ਗਜਨੀ ਤੋਂ ਚੱਲ ਕੇ ਅੰਮ੍ਰਿਤਸਰ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕਰਨ ਆਏ ਨੇ, ਸ਼ੁਕਰਾਨਾ ਕਰਨ ਵਾਸਤੇ। ਜਿਸ ਤਰ੍ਹਾਂ ਭਾਈ ਬਾਬਾ ਮੱਖਣ ਸ਼ਾਹ ਲੁਬਾਣਾ ਵੀ ਆਏ ਸਨ। ਜਦੋਂ ਸਿੱਖ ਅਰਦਾਸ ਕਰਦਾ ਹੈ ਤੇ ਫਿਰ ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਉੱਥੇ ਉਹਦੀ ਅਕਾਲ ਪੁਰਖ ਸਹਾਇਤਾ ਕਰਦੇ ਨੇ। ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉੱਠ ਧਾਵੈ, ਸੇਵਕ ਕਉ ਨਿਕਟੀ ਹੋਏ ਦਿਖਾਵੈ। ਜਦੋਂ ਉਹਦੇ ਕਾਰਜ ਸੇਵਕ ਦੇ ਪੂਰੇ ਹੁੰਦੇ ਨੇ ਫਿਰ ਸੇਵਕ ਗੁਰੂ ਦੇ ਦਰ ਸ਼ੁਕਰਾਨਾ ਕਰਨ ਵਾਸਤੇ ਆਉਂਦੇ, ਭਾਵੇਂ ਦੂਰ ਰਹਿੰਦੇ ਨੇ ਤੇ ਥੋੜ੍ਹੇ ਸਮੇਂ ਬਾਅਦ ਆ ਜਾਣ, ਜਦੋਂ ਸਮਾਂ ਮਿਲੇ ਉਦੋਂ ਚੱਲ ਕੇ ਆ ਜਾਂਦੇ ਨੇ। ਭਾਈ ਤਲੋਕਾ ਜੀ ਗਜਨੀ ਤੋਂ ਚੱਲ ਕੇ ਅੰਮ੍ਰਿਤਸਰ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਆਏ ਹਨ। ਧੰਨ ਧੰਨ ਕਹਿ ਚਰਨੀ ਪਰਿਓ, ਆ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਉੱਤੇ ਸਿਰ ਰੱਖਿਆ ਤੇ ਭਾਈ ਸਾਹਿਬ ਜੀ ਸਤਿਗੁਰਾਂ ਨੂੰ ਕਹਿੰਦੇ, ਮਹਾਰਾਜ ਤੁਸੀਂ ਧੰਨ ਹੋ, ਤੁਸੀਂ ਧੰਨ ਹੋ। ਪੁਨਹੁ ਪ੍ਰਸੰਗ ਸੁਨਾਵਨ ਕਰਿਓ, ਫਿਰ ਸਾਰੀ ਸੰਗਤ ਨੂੰ ਭਾਈ ਤਲੋਕਾ ਜੀ ਨੇ ਪ੍ਰਸੰਗ ਸੁਣਾਇਆ ਹੈ। ਸਾਧ ਸੰਗਤ, ਜਿਹੜੀਆਂ ਸੰਗਤਾਂ ਇਹ ਕਥਾ ਜਿਨ੍ਹਾਂ ਨਾਲ ਇਹ ਵਾਰਤਾ ਹੋਈ ਹੈ, ਜਾਂ ਤਾਂ ਉਹ ਜਾਣਦੇ ਸੀ ਭਾਈ ਤਲੋਕਾ ਜੀ ਤੇ ਜਾਂ ਗੁਰੂ ਸਾਹਿਬ ਜਾਣਦੇ ਨੇ, ਪਰ ਸੰਗਤਾਂ ਨੂੰ ਸੁਣਾਉਣ ਵਾਲੇ ਭਾਈ ਤਲੋਕਾ ਜੀ ਨੇ ਕਿ ਮੇਰੇ ਨਾਲ ਇਸ ਤਰ੍ਹਾਂ ਭਾਣਾ ਵਾਪਰਿਆ ਹੈ, ਤੇ ਇਸ ਤਰ੍ਹਾਂ ਗੁਰੂ ਸਾਹਿਬ ਨੇ ਭਰੀ ਸਭਾ ਦੇ ਵਿੱਚ ਮੇਰੀ ਲਾਜ ਰੱਖੀ ਹੈ। ਸੁਣਤ ਸਭਾ ਮਹਿ ਸਤਿਗੁਰ ਕਹਿਓ, ਜਦੋਂ ਸਭਾ ਦੇ ਵਿੱਚ ਸੁਣਿਆ ਤੇ ਫਿਰ ਕਹਿਣ ਲੱਗੇ, ਦਇਆ ਕਰਨ ਪ੍ਰਣ ਤੈ ਨਿਰਭਇਓ। ਸਤਿਗੁਰੂ ਜੀ ਕਹਿੰਦੇ ਤਲੋਕੇ, ਭਾਈ ਤਲੋਕੇ ਨੂੰ ਕਿ ਤੂੰ ਦਇਆ ਕਰਨ ਦਾ ਪ੍ਰਣ ਨਿਭਾਇਆ ਹੈ। ਜੇ ਤੂੰ ਆਪਣਾ ਪ੍ਰਣ ਨਿਭਾਇਆ ਹੈ ਨਾ ਤੇ ਫਿਰ ਗੁਰੂ ਵੀ ਆਪਣਾ ਪ੍ਰਣ ਨਿਭਾਉਂਦਾ ਹੈ। ਗੁਰੂ ਵੀ ਆਪਣਾ ਜਿਹੜਾ ਧਰਮ ਹੈ ਉਹ ਨਿਭਾਉਂਦਾ ਹੈ, ਉਹ ਬਿਰਧ ਬਾਣੀ ਦੀ ਲਾਜ ਰੱਖਦਾ ਹੈ। ਜਿਹੜਾ ਗੁਰੂ ਦਾ ਬਚਨ ਕਮਾਉਂਦਾ ਹੈ ਤੇ ਗੁਰੂ ਉਹਦਾ ਬਚਨ ਮੰਨਦਾ ਹੈ। ਇਸ ਲਈ ਗੁਰੂ ਸਾਹਿਬ ਜੀ ਨੇ ਕਿਹਾ ਕਿ ਤੂੰ ਸਾਡਾ ਬਚਨ ਮੰਨਿਆ, ਤੂੰ ਦਇਆ ਕਰਨ ਦਾ ਪ੍ਰਣ ਨਿਭਾਇਆ ਹੈ। ਕਿਉਂ ਨਾ ਹੋਏ ਤਬ ਗੁਰੂ ਸਹਾਈ, ਫਿਰ ਤੇਰੀ ਸਹਾਇਤਾ ਗੁਰੂ ਕਿਉਂ ਨਾ ਕਰੇ। ਜੇ ਤੂੰ ਗੁਰੂ ਦਾ ਬਣਿਆ ਤੇ ਫਿਰ ਗੁਰੂ ਉਹਦਾ ਬਣ ਜਾਂਦਾ ਹੈ, ਜਿਹੜਾ ਗੁਰੂ ਦਾ ਬਣਦਾ ਹੈ। ਇਸ ਲਈ ਗੁਰੂ ਦੇ ਬਣਨ ਦੀ ਲੋੜ ਹੈ, ਬਚਨ ਕਮਾਉਣ ਦੀ ਲੋੜ ਹੈ। ਜੇ ਬਚਨ ਕਮਾਵਾਂਗੇ, ਗੁਰੂ ਵਾਲੇ ਬਣ ਕੇ ਗੁਰਮਤਿ ਦੇ ਧਾਰਨੀ ਹੋਵਾਂਗੇ ਤੇ ਫਿਰ ਸਾਰੇ ਕਾਰਜ ਗੁਰੂ ਆਪ ਸਵਾਰਦਾ ਹੈ। ਦੋਸ਼ ਉਹ ਲੋਕ ਦਿੰਦੇ ਨੇ ਜਿਨ੍ਹਾਂ ਨੇ ਹਲੇ ਤੱਕ ਆਪ ਬਚਨ ਕਮਾਏ ਨੇ, ਗੁਰੂ ਦਾ ਬਚਨ ਮੰਨਿਆ ਨਹੀਂ ਤੇ ਫਿਰ ਕਹਿਣਾ ਕਿ ਸਾਡੀ ਅਰਦਾਸ ਸੁਣੀ ਨਹੀਂ ਗਈ। ਸਤਿਗੁਰੂ ਜੀ ਕਹਿੰਦੇ ਤੂੰ ਸਾਡਾ ਬਚਨ ਮੰਨਿਆ ਤੇ ਫਿਰ ਗੁਰੂ ਤੇਰਾ ਕਾਰਜ ਕਿਉਂ ਨਾ ਸਹਾਈ, ਤੇਰੇ ਕਾਰਜ ਵਿੱਚ ਕਿਉਂ ਨਾ ਸਹਾਈ ਹੋਵੇ। ਗੁਰਬਾਣੀ ਮਨ ਮਾਨ ਕਮਾਈ, ਹਾਂ ਤੂੰ ਗੁਰੂ ਦਾ ਬਚਨ ਮਨ ਬਾਣੀ ਕਰਕੇ ਕਮਾਇਆ ਹੈ। ਸਗਰੇ ਸਿੱਖਣ ਸੁਣਿਓ ਪ੍ਰਸੰਗ, ਇਹ ਪ੍ਰਸੰਗ ਸਾਰੀਆਂ ਸਿੱਖ ਸੰਗਤਾਂ ਨੇ ਸੁਣਿਆ ਹੈ। ਧੰਨ ਗੁਰੂ ਕਹਿ ਸ਼ਰਧਾ ਸੰਗ, ਸਾਰੀਆਂ ਸੰਗਤਾਂ ਦੇ ਅੰਦਰ ਹੋਰ ਸ਼ਰਧਾ ਗੁਰੂ ਸਾਹਿਬ ਪ੍ਰਤੀ ਬਣੀ
ਤੇ ਸਾਰੇ ਕਹਿੰਦੇ ਨੇ ਸਤਿਗੁਰੂ ਧੰਨ ਹੋ ਆਪ। ਕੇਤਕ ਦਿਨ ਰਹਿ ਗਇਓ ਤਿਲੋਕਾ। ਕੁਝ ਕੁ ਦਿਨ ਭਾਈ ਤਲੋਕਾ ਜੀ ਗੁਰੂ ਅਰਜਨ ਦੇਵ ਸਾਹਿਬ ਦੇ ਕੋਲ ਰਹਿ ਕੇ ਆਪਣੇ ਨਗਰ ਵਾਪਸ ਚਲੇ ਗਏ ਹਨ। ਸਿੱਖ ਕਟਾਰੂ ਦਸ ਬਿਲੋਕਾ। ਹੁਣ ਅਗਲੇ ਸਿੱਖ ਦੀ ਭਾਈ ਸਾਹਿਬ ਜੀ ਕਥਾ ਆਰੰਭ ਕਰਦੇ ਨੇ। ਭਾਈ ਕਟਾਰੂ ਜੀ ਇਹ ਗੁਰੂ ਕੇ ਸਿੱਖ ਸਨ। ਜਿੱਥੇ ਗੁਰੂ ਕੀਆਂ ਸੰਗਤਾਂ ਦਰਸ਼ਨਾਂ ਲਈ ਆਉਂਦੀਆਂ ਨੇ ਉੱਥੇ ਭਾਈ ਕਟਾਰੂ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਏ ਹਨ। ਬੰਦਨ ਕਰੀ ਚਰਨ ਅਰਬਿੰਦ। ਭਾਈ ਕਟਾਰੂ ਜੀ ਨੇ ਆ ਕੇ ਗੁਰੂ ਅਰਜਨ ਦੇਵ ਸਾਹਿਬ ਤੇ ਚਰਨਾਂ ਤੇ ਨਮਸਕਾਰ ਕੀਤੀ ਹੈ। ਆਂਡੇ ਹੋਏ ਜਸ ਕਰਿਓ ਬਿਲੰਦ। ਸਤਿਗੁਰਾਂ ਦੇ ਸਾਹਮਣੇ ਖਲੋ ਕੇ ਗੁਰੂ ਜੀ ਦਾ ਬਹੁਤਾ ਜਸ ਕੀਤਾ। ਬਣੋ ਸਹਾਇਕ ਤੁਮ ਜਗ ਨਾਇਕ। ਭਾਈ ਕਟਾਰੂ ਜੀ ਕਹਿਣ ਲੱਗੇ ਸਤਿਗੁਰੂ ਤੁਸੀਂ ਜਗਤ ਦੇ ਮਾਲਕ ਹੋ, ਕਿਰਪਾ ਕਰਕੇ ਮੇਰੇ ਸਹਾਇਕ ਬਣੋ, ਮੇਰੀ ਸਹਾਇਤਾ ਕਰੋ, ਮੇਰੀ ਰੱਖਿਆ ਕਰੋ। ਸਿੱਖਣ ਕੇ ਗਣ ਵਿਗਨ ਨਸਾਇਕ। ਆਪ ਜੀ ਆਪਣੇ ਸਿੱਖਾਂ ਦੇ ਵਿਗਨਾਂ ਨੂੰ ਨਾਸ਼ ਕਰਦੇ ਹੋ। ਬੂਝਤ ਭਇਓ ਦੇਹੋ ਉਪਦੇਸ਼। ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿਰਪਾ ਕਰੋ ਸਤਿਗੁਰੂ ਮੇਰੇ ਤਾਈਂ ਉਪਦੇਸ਼ ਦੇਵੋ ਜਿਹੜੇ ਬਚਨਾਂ ਨੂੰ ਮੈਂ ਕਮਾ ਸਕਾਂ। ਜਿਸ ਕਰ ਸਗਰੇ ਮਿਟਾਂ ਕਲੇਸ਼। ਜਿਨ੍ਹਾਂ ਬਚਨਾਂ ਦੇ ਨਾਲ ਉਪਦੇਸ਼ ਦੇ ਨਾਲ ਮੇਰੇ ਸਾਰੇ ਕਲੇਸ਼ ਨਾਸ਼ ਹੋ ਜਾਣ। ਸੂਬਾ ਕਾਬਲ ਵਿਖੈ ਰਹਾਈ। ਕਾਬਲ ਦਾ ਸੂਬਾ ਹੈ ਸੂਬੇਦਾਰ, ਉਹਦੇ ਕੋਲ ਭਾਈ ਸਾਹਿਬ ਜੀ ਰਹਿੰਦੇ ਸਨ। ਹੇਤ ਜੀਵਕਾ ਮੈਂ ਤੜਵਾਈ। ਹਾਂ ਲਾਹੌਰ ਦਾ ਸੂਬੇਦਾਰ ਹੈ, ਉਹ ਸੂਬੇਦਾਰ ਦੇ ਪਾਸ ਮੈਂ ਰਹਿ ਕੇ ਨੌਕਰੀ ਕਰਦਾ ਹਾਂ। ਸਤਿਗੁਰ ਕਹਿਓ ਘਾਟ ਨਹਿ ਦੀਜੈ। ਸਤਿਗੁਰੂ ਜੀ ਨੇ ਭਾਈ ਕਟਾਰੂ ਨੂੰ ਉਪਦੇਸ਼ ਦਿੱਤਾ ਹੈ। ਭਾਈ ਕਟਾਰੂ ਨੇ ਆ ਕੇ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਇਹ ਕਿਹਾ ਹੈ ਸਤਿਗੁਰੂ ਮੈਨੂੰ ਉਪਦੇਸ਼ ਦੇਵੋ, ਜਿਸ ਉਪਦੇਸ਼ ਦੇ ਨਾਲ ਮੇਰੇ ਕਲੇਸ਼ ਕੱਟੇ ਜਾਣ ਤੇ ਮੈਂ ਮੁਗਲ ਜਿਹੜਾ ਹਾਕਮ ਹੈ ਲਾਹੌਰ ਦਾ ਸੋ ਉਸ ਦੇ ਪਾਸ ਰਹਿ ਕੇ ਨੌਕਰੀ ਕਰਦਾ ਹਾਂ ਤੇ ਮੈਂ ਉੱਥੇ ਰਹਿ ਕਰਕੇ ਸਤਿਗੁਰੂ ਆਪਣੀ ਕਿਰਤ ਨਿਭਾਉਂਦਾ ਹਾਂ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਮਹਾਰਾਜ ਕਹਿਣ ਲੱਗੇ ਭਾਈ ਕਟਾਰੂ ਇਹ ਕਾਬਲ ਦਾ ਸੂਬਾ ਉਹਦੇ ਕੋਲ ਰਹਿ ਕੇ ਤੜਵਾਈ ਜਿਹੜਾ ਸੀ ਉਹ ਜਿਹੜੇ ਸਿਪਾਹੀ ਹੁੰਦੇ ਸਨ ਉਹਨਾਂ ਨੂੰ ਵਸਤੂਆਂ ਤੋਲ ਕੇ ਦੇਣੀਆਂ ਤੇ ਵਾਧੂ ਦਾ ਜਿਹੜਾ ਸਮਾਨ ਸੀ ਉਹ ਜਿਹੜੇ ਬਾਹਰਲੇ ਲੋਕ ਸਨ ਉਹਨਾਂ ਨੂੰ ਵੀ ਵੇਚ ਦੇਣਾ। ਤੇ ਉਸ ਵੇਲੇ ਸਤਿਗੁਰਾਂ ਨੇ ਭਾਈ ਕਟਾਰੂ ਨੂੰ ਕਿਹਾ, ਮਹਾਰਾਜ ਕਹਿਣ ਲੱਗੇ ਤੇਰਾ ਕੰਮ ਹੈ ਤੋਲਣ ਦਾ ਤੇ ਤੂੰ ਕਦੇ ਵੀ ਕਿਸੇ ਨੂੰ ਘੱਟ ਵਸਤੂ ਤੋਲ ਕੇ ਨਹੀਂ ਦੇਣੀ। ਸਤਨਾਮ ਕੋ ਸਿਮਰਨ ਕੀਜੈ। ਹਮੇਸ਼ਾ ਸਤਨਾਮ ਦਾ ਸਿਮਰਨ ਕਰਨਾ ਹੈ। ਦੇਹੋ ਦਸੌਦ ਗੁਰੂ ਹਿਤ ਸਦਾ। ਹਾਂ ਦੇਹੋ ਦਸੌਂਦ ਗੁਰੂ ਹਿਤ ਸਦਾ ਤੇ ਗੁਰੂ ਦੇ ਨਿਮਿਤ ਦਸਵੰਧ ਕੱਢਣਾ ਹੈ। ਦਾਰਿਦ ਸਦਨ ਹੋਏ ਨਹਿ ਕਦਾ। ਤੇਰੇ ਘਰ ਦੇ ਵਿੱਚ ਕਦੇ ਦਲਿੱਦਰ ਨਹੀਂ ਆਵੇਗਾ। ਇਹ ਉਪਦੇਸ਼ ਗੁਰੂ ਸਾਹਿਬ ਜੀ ਨੇ ਦਿੱਤਾ ਹੈ ਕਿ ਤੇਰਾ ਕੰਮ ਹੈ ਤੋਲਣ ਦਾ, ਤੂੰ ਘੱਟ ਤੋਲ ਕੇ ਨਾ ਦਈ, ਆਪਣੀ ਦਸਾਂ ਨੋਹਾਂ ਦੀ ਕਿਰਤ ਵਿੱਚੋਂ ਦਸਵੰਧ ਕੱਢੀ, ਤੇਰੇ ਘਰ ਦੇ ਵਿੱਚ ਕਦੇ ਦਲਿੱਦਰ ਆਵੇਗਾ ਨਹੀਂ, ਦੁੱਖ ਨਹੀਂ ਆਉਣਗੇ। ਸੁਣ ਕਰ ਆਪਣੇ ਧਾਮ ਸੁਧਾਰਾ। ਸੁਣ ਕੇ ਭਾਈ ਕਟਾਰੂ ਜੀ ਆਪਣੇ ਘਰ ਨੂੰ ਚਲੇ ਗਏ ਹਨ। ਕਰਹਿ ਸਦਾ ਆਪਣੀ ਤਹੰਕਾਰਾ। ਆਪਣੀ ਕਾਬਲ ਦੇ ਵਿੱਚ ਰਹਿਣ ਵਾਲੇ ਸਨ, ਉੱਥੇ ਜਾ ਕੇ ਆਪਣੀ ਕਿਰਤ ਕਰਨ ਲੱਗੇ ਹਨ। ਗੁਰ ਗੁਰ ਜਪੈ ਨ ਤੋਲਹਿ ਘਾਟ। ਗੁਰੂ ਗੁਰੂ ਜਪਦੇ ਸਨ, ਕਦੇ ਵੀ ਕਿਸੇ ਨੂੰ ਘੱਟ ਨਹੀਂ ਸੀ ਤੋਲ ਕੇ ਦਿੰਦੇ। ਏਕ ਬਨਕਨੇ ਦੀਨਸ ਬਾਟ। ਪਰ ਕਿਸੇ ਇੱਕ ਵਪਾਰੀ ਨੇ ਬਾਣੀਏ ਨੇ ਭਾਈ ਕਟਾਰੂ ਜੀ ਨੂੰ ਘੱਟ ਤੋਲ ਵਾਲਾ ਪੱਥਰ ਜਿਹੜਾ ਸੀ ਉਹ ਦੇ ਦਿੱਤਾ। ਪੈਸੇ ਪੰਜ ਘਾਟ ਸੋ ਆਹਾ। ਉਹ ਪੱਥਰ ਦਾ ਜਿਹੜਾ ਭਾਰ ਸੀ 5 ਪੈਸੇ ਘੱਟ ਸੀ। ਨਹੀਂ ਕਟਾਰੂ ਉਰ ਮੈਂ ਲਹਾ। ਪਰ ਭਾਈ ਕਟਾਰੂ ਜੀ ਨੇ ਮਨ ਵਿੱਚ ਨਾ ਜਾਣਿਆ, ਇਹਨਾਂ ਨੂੰ ਨਹੀਂ ਸੀ ਪਤਾ, ਇਹ ਅਣਜਾਣ ਸਨ ਇਸ ਗੱਲੋਂ। ਕਿਸੇ ਬਾਣੀਏ ਨੇ ਆ ਕੇ ਇਹਨਾਂ ਨੂੰ 5 ਪੈਸੇ ਘੱਟ ਤੋਲ ਵਾਲਾ ਪੱਥਰ ਦਿੱਤਾ ਹੈ। ਨਿਤ ਤੋਲਤ ਤਿਸ ਕੇ ਸੰਗ ਦੇਈ। ਹਰ ਰੋਜ਼ ਭਾਈ ਕਟਾਰੂ ਜੀ ਉਸ ਪੱਥਰ ਦੇ ਨਾਲ ਤਰਾਜੂ ਦੇ ਵਿੱਚ ਵਸਤੂਆਂ ਤੋਲ ਕੇ ਦਿੰਦੇ ਸੀ। ਜਾਏ ਘਾਟ ਜੋ ਆਏ ਸੋ ਲਈ। ਜਿਹੜਾ ਵੀ ਆ ਕਰਕੇ ਇਹਨਾਂ ਪਾਸੋਂ ਵਸਤੂ ਲੈਂਦਾ ਸੀ ਉਹ 5 ਪੈਸੇ ਤੋਲ ਘੱਟ ਵਸਤੂ ਲੈ ਕੇ ਜਾਂਦਾ ਸੀ। ਇਕ ਨੇ ਤੋਲਿਓ ਹੋਏ ਸੇ ਘਾਟ। ਇੱਕ ਬੰਦੇ ਨੇ ਜਾ ਕੇ ਜਿਹੜਾ ਵਸਤੂ ਸੌਦਾ ਸੀ ਉਹ ਤੋਲ ਲਿਆ ਤੇ ਉਹ ਸੌਦਾ ਘੱਟ ਨਿਕਲਿਆ। ਲਖਿਓ ਕਟਾਰੂ ਕੋ ਘਟ ਬਾਟ। ਉਹਨੇ ਜਾਣ ਲਿਆ, ਕਹਿੰਦਾ ਹੈ ਕਿ ਜਿਹੜਾ ਕਟਾਰੂ ਤੋਲ ਕੇ ਦਿੰਦਾ ਸੌਦਾ ਉਹ ਘੱਟ ਤੋਲ ਕੇ ਦਿੰਦਾ ਹੈ। ਚਾਰੀ ਜਾਏ ਉਚਾਰੇ ਤਾਹੇ। ਉਸ ਬੰਦੇ ਨੇ ਜਾ ਕਰਕੇ ਜਿਹੜਾ ਕਾਬਲ ਦਾ ਸੂਬਾ ਸੀ ਉਹਦੇ ਕੋਲ ਜਾ ਕੇ ਚੁਗਲੀ ਕਰ ਦਿੱਤੀ ਹੈ। ਤੋਲਤ ਘਾਟ ਸਬਨ ਕੇ ਪਾਹੇ। ਕਿ ਜਿਹੜਾ ਤੁਹਾਡਾ ਪਦਾਰਥ ਸੌਦਾ ਤੋਲਣ ਵਾਲਾ ਬੰਦਾ ਹੈ ਕਟਾਰੂ,
ਇਹ ਵਸਤੂਆਂ ਸੌਦਾ ਘੱਟ ਤੋਲ ਕੇ ਦਿੰਦਾ ਹੈ। ਸੁਣ ਸੂਬੇ ਰਿਸ ਕਰ ਬੁਲਵਾਇਓ। ਉਸ ਵੇਲੇ ਸੂਬੇ ਨੇ ਗੱਲ ਸੁਣੀ ਹੈ ਤੇ ਸੂਬਾ ਬੜੇ ਗੁੱਸੇ 'ਚ ਆਇਆ। ਉਹਨੇ ਸੁਨੇਹਾ ਭੇਜ ਕੇ ਭਾਈ ਕਟਾਰੂ ਜੀ ਨੂੰ ਕੋਲ ਬੁਲਾ ਲਿਆ ਪੁਨ ਕਹਿ ਬਾਟ ਧਰਾ ਅਨਵਾਇਓ। ਤੇ ਭਾਈ ਸਾਹਿਬ ਜੀ ਨੂੰ ਕਿਹਾ, ਕਹਿਣ ਲੱਗਾ ਕਿ ਆਪਣੇ ਪੱਥਰ ਜਿਹੜੇ ਨੇ ਉਹ ਲੈ ਕੇ ਆਓ, ਇਹਨਾਂ ਦਾ ਭਾਰ ਕਰਾਵੋ। ਅਪਰ ਸੰਗ ਇਸ ਬੋ ਤੋਲਣ ਕੀਜਾ। ਤੇ ਦੂਜੇ ਪੱਥਰਾਂ ਦੇ ਨਾਲ ਤੁਹਾਡੇ ਜਿਹੜੇ ਪੱਥਰ ਹਨ ਉਹ ਤੋਲੇ ਜਾਣਗੇ। ਮੋਹਿ ਰੂਬਰੋ ਇਸ ਬਿਖ ਲੀਜਾ। ਮੇਰੇ ਸਾਹਮਣੇ ਪੱਥਰ ਜਿਹੜੇ ਨੇ ਤੋਲ ਕੇ ਦੱਸੇ ਜਾਣ। ਤਬ ਹੈ ਕਟਾਰੂ ਉਰ ਡਰ ਪਾਇਓ। ਭਾਈ ਕਟਾਰੂ ਜੀ ਆਪਣੇ ਹਿਰਦੇ ਵਿੱਚ ਉਸ ਵੇਲੇ ਡਰ ਗਏ। ਸਤਿਗੁਰ ਧਿਆਨ ਧਰਿਓ ਜਸ ਗਾਇਓ। ਜਦੋਂ ਦੇਖਿਆ ਸੂਬਾ ਬੜੇ ਗੁੱਸੇ 'ਚ ਆਇਆ ਤੇ ਮਨ ਵਿੱਚ ਸਮਝ ਗਏ ਕਿ ਜ਼ਰੂਰ ਕਿਸੇ ਨੇ ਚੁਗਲੀ ਕੀਤੀ ਹੋਵੇਗੀ, ਪਰ ਭਾਈ ਸਾਹਿਬ ਜੀ ਇਸ ਗੱਲੋਂ ਅਣਜਾਣ ਸੀ। ਭਾਈ ਕਟਾਰੂ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਧਿਆਨ ਧਾਰਿਆ ਤੇ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਹੈ। ਨਹਿ ਸਹਾਏ ਇਸ ਥਲ ਕਿਸ ਕੇਰੀ। ਕਹਿਣ ਲੱਗੇ ਭਾਈ ਕਟਾਰੂ ਜੀ, ਸਤਿਗੁਰੂ ਜੀ, ਇਸ ਥਾਂ ਦੇ ਉੱਤੇ ਮੇਰੀ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੈ। ਅਬ ਰਾਵਰ ਕੀ ਆਸ ਬਡੇਰੀ। ਮੈਨੂੰ ਹੁਣ ਤੁਹਾਡੀ ਹੀ ਆਸ ਹੈ, ਤੁਹਾਡੇ ਚਰਨਾਂ 'ਚ ਮੈਂ ਬੇਨਤੀ ਕਰਦਾ ਹਾਂ। ਆਗੇ ਅਣਜਾਣ ਪਨੇ ਮਹਿ ਕੀਨ। ਮਹਾਰਾਜ, ਮੈਂ ਅਣਜਾਣ ਪੁਣੇ ਦੇ ਵਿੱਚ ਪਾਪ ਹੋਇਆ, ਮੈਨੂੰ ਨਹੀਂ ਸੀ ਪਤਾ। ਘੱਟ ਵਸਤੂ ਤੋਲ ਕੇ ਦੇਣਾ ਹੈ ਤੇ ਪਾਪ, ਤੇ ਗੁਰੂ ਸਾਹਿਬ ਨੇ ਕਿਹਾ ਸੀ ਤੋਲ ਕੇ ਘੱਟ ਦੇਣਾ ਨਹੀਂ, ਪਰ ਕੋਈ ਇਹਨਾਂ ਨੂੰ ਆ ਕੇ ਵਪਾਰੀ ਘੱਟ ਤੋਲ ਵਾਲਾ ਪੱਥਰ ਦੇ ਗਿਆ। ਹੋ ਸਕਦਾ ਹੈ ਕਿ ਇਹ ਵੀ ਈਰਖਾ ਕਰਦਾ ਹੋਵੇ ਇਹਨਾਂ ਕੋਲੋਂ ਕਿ ਇਹ ਸਿੱਖ ਇਹਨਾਂ ਮਾਣ ਕਿਉਂ ਪ੍ਰਾਪਤ ਕਰ ਰਿਹਾ ਹੈ। ਪਰ ਭਾਈ ਕਟਾਰੂ ਜੀ ਇਸ ਗੱਲੋਂ ਅਣਜਾਣ ਸੀ। ਜਦੋਂ ਕਿਸੇ ਨੂੰ ਵਸਤੂ ਘੱਟ ਤੋਲ ਕੇ ਦਿੱਤੀ, ਉਹਨੇ ਘਰੇ ਜਾ ਕੇ ਤੋਲ ਲਈ, ਘੱਟ ਨਿਕਲੀ, ਉਹਨੇ ਸੂਬੇ ਕੋਲ ਸ਼ਿਕਾਇਤ ਕਰ ਦਿੱਤੀ। ਸੂਬੇ ਨੇ ਗੁੱਸੇ ਵਿੱਚ ਆ ਕੇ ਭਾਈ ਕਟਾਰੂ ਜੀ ਨੂੰ ਬੁਲਾ ਲਿਆ। ਕਹਿਣ ਲੱਗੇ, ਆਪਣੇ ਪੱਥਰ ਲਿਆ। ਜਦੋਂ ਪੱਥਰ ਲਿਆਂਦੇ, ਕਹਿੰਦੇ ਤੇਰੇ ਪੱਥਰ ਤੋਲ ਕੇ ਦੇਖਾਂਗੇ। ਜਦੋਂ ਇਹ ਗੱਲ ਕਹੀ ਤੇ ਭਾਈ ਕਟਾਰੂ ਜੀ ਮਨ ਵਿੱਚ ਡਰੇ, ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਸਤਿਗੁਰੂ, ਹੁਣ ਮੇਰਾ ਇੱਥੇ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੈ। ਅਣਜਾਣ ਪੁਣੇ ਦੇ ਵਿੱਚ ਇਹ ਪਾਪ ਹੋਇਆ ਲੱਗਦਾ ਹੈ। ਸੋ ਨਾ ਵਿਚਾਰੂ ਮੈਂ ਜਨ ਦੀਨ। ਮਹਾਰਾਜ, ਇਹ ਗੱਲ ਦੀ ਹੁਣ ਵਿਚਾਰ ਨਾ ਕਰਿਓ। ਮੈਂ ਬਹੁਤ ਦੀਨ ਹਾਂ, ਮੈਂ ਗਰੀਬ ਹਾਂ। ਏਕ ਭਰੋਸਾ ਮੋਕੋ ਭਾਰੀ। ਹੁਣ ਮੈਨੂੰ ਗਰੀਬ ਨੂੰ ਇੱਕ ਤੁਹਾਡਾ ਹੀ ਭਰੋਸਾ ਹੈ। ਆਸ ਨ ਦੂਜੀ ਸ਼ਰਨ ਤਿਹਾਰੀ। ਮੈਨੂੰ ਤੁਹਾਡੇ ਹੀ ਚਰਨਾਂ ਦੀ ਆਸ ਹੈ, ਹੋਰ ਕਿਸੇ ਦੀ ਇੱਛਾ ਮਨ ਵਿੱਚ ਮੈਂ ਨਹੀਂ ਰੱਖਦਾ, ਕਿਸੇ ਦੀ ਆਸ ਮਨ ਵਿੱਚ ਨਹੀਂ ਰੱਖੀ। ਇਤ ਸਤਿਗੁਰ ਬੜ ਸਭਾ ਮਝਾਰੀ। ਇਧਰ ਗੁਰੂ ਅਰਜਨ ਦੇਵ ਸਾਹਿਬ ਜੀ ਸੰਗਤ ਦੀ ਸਭਾ ਲਾ ਕੇ ਬੈਠੇ ਹਨ। ਬੈਠੇ ਦਰਸਤ ਹੈ ਨਰ ਨਾਰੀ। ਬਹੁਤ ਸੰਗਤਾਂ ਆ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕਰ ਰਹੀਆਂ ਨੇ। ਇੱਕ ਸਿੱਖ ਪੈਸੇ 5 ਚੜਾਏ। ਇੱਕ ਸਿੱਖ ਨੇ ਆ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ 5 ਪੈਸੇ ਭੇਟਾ ਰੱਖੀ ਹੈ। ਧਰ ਕਰ ਪਰ ਤੋਲਤ ਲੈ ਦਾਏ। ਸਤਿਗੁਰਾਂ ਦੇ ਚਰਨਾਂ ਦੇ ਉੱਤੇ ਉਹ 5 ਪੈਸੇ ਭੇਟਾ ਰੱਖੀ ਤੇ ਗੁਰੂ ਸਾਹਿਬ ਜੀ ਨੇ ਉਹ 5 ਪੈਸੇ ਚੁੱਕੇ ਨੇ, ਆਪਣੇ ਸੱਜੇ ਹੱਥ ਦੀ ਤਲੀ ਦੇ ਉੱਤੇ ਰੱਖ ਲਏ। ਪੁਨਹੁ ਬਾਮ ਕਰ ਪਰ ਧਰ ਤੋਲੀ। ਫਿਰ ਸਤਿਗੁਰਾਂ ਨੇ ਉਹ 5 ਪੈਸੇ ਆਪਣੇ ਖੱਬੇ ਹੱਥ ਦੀ ਤਲੀ ਤੇ ਰੱਖੇ ਨੇ। ਦੇਖ ਦਾਸ ਢਿਗ ਤਬ ਹੂੰ ਬੋਲੇ। ਸਤਿਗੁਰਾਂ ਦੇ ਕੋਲ ਜਿਹੜੇ ਸੇਵਕ ਬੈਠੇ ਸੀ, ਉਹਨਾਂ ਵਿੱਚੋਂ ਇੱਕ ਸਿੱਖ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸ੍ਰੀ ਸਤਿਗੁਰ ਮਾਇਆ ਨਿਤ ਆਵਤ। ਮਹਾਰਾਜ, ਹਰ ਰੋਜ਼ ਇੰਨੀ ਮਾਇਆ ਤੁਹਾਡੇ ਚਰਨਾਂ ਵਿੱਚ ਆਉਂਦੀ ਹੈ। ਹੇਮ ਰਜਤ ਕਰ ਕਬਨਾ ਸੁਹਾਵਤ। ਕਦੇ ਸੋਨਾ ਕਦੇ ਚਾਂਦੀ ਚੜਦਾ, ਪਰ ਕਦੇ ਤੁਸੀਂ ਉਹਨੂੰ ਆਪਣੇ ਹੱਥਾਂ ਵਿੱਚ ਨਹੀਂ ਰੱਖਦੇ। ਪੈਸੇ 5 ਆਜ ਕਰ ਲਈਏ। ਪਰ ਇਹ ਕੀ ਕਾਰਨ ਹੈ, ਤੁਸੀਂ 5 ਪੈਸੇ ਆਪਣੀ ਹੱਥ ਦੀ ਤਲੀ ਤੇ ਰੱਖੇ ਹਨ। ਦਾਹਨ ਬਾਮ ਧਰੋ ਹਿਤ ਕੀਏ। ਕਦੇ ਮਹਾਰਾਜ ਆਪਣੇ ਸੱਜੇ ਹੱਥ ਦੀ ਤਲੀ ਤੇ ਰੱਖਦੇ ਹੋ, ਕਦੇ ਖੱਬੇ ਤਲੀ ਤੇ ਰੱਖਦੇ ਹੋ, ਇਹਦਾ ਕੀ ਕਾਰਨ ਹੈ? ਇਹ ਕਾਰਨ ਕਿਆ ਉਚਰੋ ਸੁਆਮੀ। ਸਤਿਗੁਰੂ ਜੀ ਦਾ ਕਾਰਨ ਕੀ, ਆਪ ਜੀ ਕਿਰਪਾ ਕਰਕੇ ਦੱਸੋ। ਇਤ ਉਤ ਧਰਤ ਨ ਹਮ ਕੁਛ ਜਾਮੀ। ਕਦੇ ਇੱਧਰ ਧਰ ਰਹੇ ਹੋ 5 ਪੈਸੇ, ਕਦੇ ਖੱਬੀ ਤਲੀ ਦੇ ਉੱਤੇ, ਇਹ ਗੱਲ ਦਾ ਸਾਨੂੰ ਨਹੀਂ ਪਤਾ ਲੱਗ ਰਿਹਾ। ਸ੍ਰੀ ਗੁਰੂ ਕਹਿਓ ਸਿੱਖ ਕੋ ਬਾਟ। ਸਤਿਗੁਰੂ ਜੀ ਕਹਿਣ ਲੱਗੇ ਕਿ ਸਾਡਾ ਸਿੱਖ ਹੈ, ਉਹਦੇ ਵਟਿਆਂ ਦੇ ਵਿੱਚ ਪੂਰਾ ਕਰਹਿ ਇਤੋ ਸੋ ਘਾਟ। ਆਪਣੇ ਸਿੱਖ ਦੇ ਪੱਥਰ ਨੂੰ ਪੂਰਾ ਕਰ ਰਹੇ ਆ। ਉਹ ਪੱਥਰ ਕੇਵਲ ਇੰਨਾ ਕੀ ਉਹਦਾ ਵਜਨ ਘੱਟ ਹੈ, ਇੰਨਾ ਕੀ ਤੋਲ ਉਹਦਾ ਘੱਟ ਹੈ। ਪਲਰੋ ਦੋਨ ਤਰਾਜੂ ਕੇਰ। ਤੇ ਜਦੋਂ ਉਹ ਵੱਟਾ ਤਰਾਜੂ ਦੇ ਪਲੜੇ ਦੇ ਉੱਤੇ ਰੱਖਦੇ ਹਨ, ਤੋਲਤ ਹੈ ਇਤ ਉਤਰ ਨਰ ਫੇਰ। ਇੱਧਰ ਉੱਧਰ ਦੋਵਾਂ ਪਾਸੇ ਰੱਖ ਕੇ ਉਹਨੂੰ ਤੋਲਦੇ ਨੇ। ਜਿਸ ਤਰ੍ਹਾਂ ਇੱਕ ਪਾਸੇ ਇੱਕ ਤਰਾਜੂ ਦੇ ਪਲੜੇ ਤੇ ਉਹ ਪੱਥਰ ਰੱਖਿਆ, ਜਦੋਂ ਪੂਰਾ ਲੱਗਾ ਫਿਰ ਉਹ ਪੱਥਰ ਨੂੰ ਚੁੱਕਿਆ ਤੇ ਦੂਜੇ ਪਲੜੇ 'ਚ ਰੱਖਿਆ, ਉਹ ਵੀ ਪੂਰਾ ਲੱਗਾ। ਪਰ ਉਹ ਹੈਰਾਨ ਸਨ ਕਿ 5 ਪੈਸੇ ਦਾ ਤੋਲ ਘੱਟ ਹੈ। ਜਿਹਨੇ ਵਸਤੂ ਤੋਲ ਕੇ ਆ ਕੇ ਸ਼ਿਕਾਇਤ ਕੀਤੀ ਸੀ,
ਪਰ ਹੁਣ ਹੈਰਾਨੀ ਇਸ ਗੱਲ ਦੀ ਸੀ ਕਿ ਪੱਥਰ ਘੱਟ ਕਿਉਂ ਨਹੀਂ ਆ ਰਿਹਾ ਇਹ ਤਰਾਜੂ ਦੇ ਪਲੜੇ ਉੱਤੇ। ਉਹ ਸਿੱਖ ਪੁੱਛ ਰਿਹਾ ਜਦੋਂ ਮਹਾਰਾਜ ਕਦੇ 5 ਪੈਸੇ ਸੱਜੇ ਤਲੀ 'ਚ ਕਦੇ ਖੱਬੇ ਤਲੀ ਤੇ ਰੱਖਦੇ ਨੇ। ਸਿੱਖ ਕਹਿੰਦਾ ਮਹਾਰਾਜ ਕਾਰਨ ਕੀ, ਕਦੇ ਇਸ ਤਰ੍ਹਾਂ ਹੋਇਆ ਨਹੀਂ, ਨਾ ਸੋਨਾ ਚਾਂਦੀ ਚੜ੍ਹਦਾ ਹੈ, ਕਦੇ ਤੁਸੀਂ ਆਪਣੇ ਹੱਥਾਂ 'ਚ ਨਹੀਂ ਰੱਖਿਆ। ਪਰ ਸਤਿਗੁਰੂ ਕਹਿੰਦੇ ਅੱਜ ਸਿੱਖ ਦਾ ਵੱਟਾ ਇੰਨਾ ਕੁ ਘੱਟ ਹੈ ਤੇ ਜਿਹੜੇ ਪਲੜੇ ਵਿੱਚ ਰੱਖਦੇ ਨੇ ਉਸ ਪੱਥਰ ਨੂੰ ਅਸੀਂ ਉਹ ਪੈਸੇ ਉਸ ਤਲੀ ਦੇ ਉੱਤੇ ਰੱਖ ਲੈਨੇ ਆ। ਜਾਂ ਤੇ ਹਮ ਦੋਨੋਂ ਕਰ ਧਰੈ, ਇਸ ਕਰਕੇ ਅਸੀਂ ਬਾਰ-ਬਾਰ ਦੋਵੇਂ ਹੱਥਾਂ ਤੇ ਉਹ ਪੈਸੇ ਨੂੰ ਰੱਖ ਰਹੇ ਹਾਂ। ਸਿੱਖ ਕੋ ਬਾਟ ਸੋ ਪੂਰਾ ਕਰੈ, ਆਪਣੇ ਸਿੱਖ ਦਾ ਜਿਹੜਾ ਪੱਥਰ ਹੈ ਵਜਨ ਹੈ ਉਹ ਪੂਰਾ ਕਰ ਰਹੇ ਹਾਂ। ਨਾਮ ਕਟਾਰੂ ਕਾਬਲ ਮਾਹੀ, ਮਹਾਰਾਜ ਉਹ ਸਿੱਖ ਕੌਣ ਹੈ? ਸਤਿਗੁਰੂ ਕਹਿੰਦੇ ਉਹ ਕਟਾਰੂ ਸਿੱਖ ਹੈ, ਕਾਬਲ ਦਾ ਰਹਿਣ ਵਾਲਾ ਹੈ। ਬਾਟ ਘਾਟ ਅਣਜਾਣੇ ਤਾਹੀ, ਅਣਜਾਣ ਪੁਣੇ ਦੇ ਵਿੱਚ ਉਹਦੇ ਪੱਥਰ ਦਾ ਵਜਨ ਘੱਟ ਹੋ ਗਿਆ ਸੀ। ਇਮ ਸਤਿਗੁਰ ਸਿੱਖਨ ਮਹਿ ਕਹਿਓ, ਇਸ ਤਰ੍ਹਾਂ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਦੱਸਿਆ। ਪੂਰਾ ਬਾਟ ਜੋ ਸੂਬੇ ਲਹਿਓ, ਜਿਹੜਾ ਸੂਬਾ ਸੀ ਉਹਨੇ ਜਾਣ ਲਿਆ ਕਿ ਪੱਥਰ ਦਾ ਵਜਨ ਤਾਂ ਪੂਰਾ ਹੀ ਹੈ। ਸਭਾ ਦੇ ਵਿੱਚ ਭਾਈ ਕਟਾਰੂ ਜੀ ਦੀ ਪੈਜ ਰਹੀ ਹੈ। ਭਇਓ ਕਟਾਰੂ ਪਰ ਸੋ ਪ੍ਰਸੰਨ, ਭਾਈ ਕਟਾਰੂ ਦੇ ਉੱਤੇ ਸੂਬਾ ਜਿਹੜਾ ਸੀ ਕਾਬਲ ਦਾ ਬੜਾ ਖੁਸ਼ ਹੋਇਆ। ਦੁਸ਼ਟ ਚੁਗਲ ਝੂਠਾ ਤੂੰ ਧਨ, ਜਿਹੜਾ ਚੁਗਲ ਸੀ ਉਹਨੂੰ ਕਹਿਣ ਲੱਗੇ ਕਿ ਇਹ ਦੁਸ਼ਟ ਹੈ ਤੇ ਭਾਈ ਕਟਾਰੂ ਤੂੰ ਧਨ ਹੈ। ਕਰਿਓ ਕੋਸ਼ ਪਦ ਸੌਂਪਿਓ ਕੋਸ਼, ਭਾਈ ਕਟਾਰੂ ਜੀ ਨੂੰ ਖਜ਼ਾਨਚੀ ਬਣਾ ਦਿੱਤਾ ਤੇ ਸੂਬੇ ਨੇ ਸਾਰਾ ਖਜ਼ਾਨਾ ਹੀ ਉਹਨਾਂ ਦੇ ਹਵਾਲੇ ਕਰ ਦਿੱਤਾ। ਲਖਿਓ ਮਾਤਬਰ ਇਹੋ ਬਿਨ ਦੋਸ਼, ਇਹ ਬਿਨਾਂ ਦੋਸ਼ ਤੋਂ ਹੈ ਭਾਈ ਕਟਾਰੂ ਇਮਾਨਦਾਰ ਹੈ, ਇਹਦੇ ਉੱਤੇ ਸਾਨੂੰ ਇਤਬਾਰ ਹੈ। ਇਸ ਲਈ ਭਾਈ ਜੀ ਦਾ ਰੁਤਬਾ ਹੋਰ ਵੀ ਉੱਚਾ ਹੋ ਗਿਆ ਤੇ ਜਿਹੜਾ ਨਿੰਦਕ ਸੀ ਉਹਦਾ ਮੂੰਹ ਕਾਲਾ ਹੋਇਆ ਤੇ ਉਸ ਵੇਲੇ ਭਾਈ ਸਾਹਿਬ ਜੀ ਨੂੰ ਖਜ਼ਾਨਚੀ ਬਣਾ ਦਿੱਤਾ ਗਿਆ। ਕਿਤਿਕ ਮਾਸ ਬੀਤੇ ਤਬ ਆਇਓ, ਜਦੋਂ ਕੁਝ ਮਹੀਨੇ ਬਤੀਤ ਹੋਏ ਤੇ ਭਾਈ ਕਟਾਰੂ ਜੀ ਕਾਬਲ ਤੋਂ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਏ। ਗੁਰ ਦਰਸ਼ਨ ਕਰ ਸੀਸ ਨਿਵਾਇਓ, ਆ ਕੇ ਸਤਿਗੁਰਾਂ ਦੇ ਚਰਨਾਂ ਤੇ ਸਿਰ ਰੱਖਿਆ ਹੈ। ਬਿਖਮ ਥਾਨ ਮਹਿ ਭਏ ਸਹਾਈ, ਮਹਾਰਾਜ ਤੁਸੀਂ ਬਹੁਤ ਔਖੇ ਥਾਂ ਤੇ ਮੇਰੀ ਸਹਾਇਤਾ ਕੀਤੀ। ਜਹਾਂ ਨਾ ਪਹੁੰਚੇ ਬਾਪ ਨਾ ਮਾਈ, ਜਿੱਥੇ ਮਾਂ ਬਾਪ ਵੀ ਸਹਾਇਤਾ ਕਰਨ ਨਹੀਂ ਪਹੁੰਚ ਸਕਦੇ। ਬੂਝਿਓ ਸਿੱਖਣ ਕਰਿਓ ਪ੍ਰਸੰਗ, ਜਦੋਂ ਸਿੱਖਾਂ ਨੇ ਪੁੱਛਿਆ ਤੇ ਭਾਈ ਕਟਾਰੂ ਜੀ ਨੇ ਸਾਰੀ ਗੱਲ ਦੱਸ ਦਿੱਤੀ। ਜਾਣਿਓ ਸਭਨ ਗੁਰੂ ਨਿਤ ਸੰਗ, ਸਾਰਿਆਂ ਨੇ ਜਾਣਿਆ ਕਿ ਗੁਰੂ ਸਾਹਿਬ ਹਮੇਸ਼ਾ ਸਿੱਖ ਦੇ ਨਾਲ ਵਸਦੇ ਹਨ। ਜਿਮ ਪੈਸੇ ਕਰ ਬਾਏਂਦਾਏ, ਜਿਸ ਤਰ੍ਹਾਂ ਸਤਿਗੁਰੂ ਜੀ ਸੱਜੇ ਖੱਬੇ ਪੈਸੇ ਰੱਖ ਰਹੇ ਸਨ, ਸਤਿਗੁਰ ਧਾਰੇ ਸਭਨ ਬਤਾਏ। ਸਤਿਗੁਰੂ ਜੀ ਨੇ ਪੈਸੇ ਇਸ ਤਰ੍ਹਾਂ ਰੱਖ ਕੇ ਤੇਰਾ ਵੱਟਾ ਪੂਰਾ ਕੀਤਾ ਹੈ। ਭਾਈ ਕਟਾਰੂ ਜੀ ਨੂੰ ਸਿੱਖਾਂ ਨੇ ਦੱਸਿਆ। ਸੁਜਸ ਬਿਸਦ ਗੁਰ ਪਸਰਿਓ ਇਸ ਸਾਰੇ, ਤਰ੍ਹਾਂ ਸਤਿਗੁਰੂ ਜੀ ਦਾ ਸ਼੍ਰੇਸ਼ਟ ਜਸ ਸਾਰੇ ਫੈਲ ਗਿਆ। ਸਿੱਖ ਹੋਤ ਹੈ ਆਨ ਹਜ਼ਾਰੇ, ਅਨੇਕਾਂ ਹੀ ਸਿੱਖ ਗੁਰੂ ਸਾਹਿਬ ਦੇ ਚਰਨਾਂ ਚ ਆਉਂਦੇ ਨੇ ਤੇ ਗੁਰੂ ਸਾਹਿਬ ਜੀ ਨੂੰ ਸਹਾਇਤਾ ਲਈ ਅਰਦਾਸਾਂ ਕਰਦੇ ਨੇ। ਇਹ ਗੁਰੂ ਸਾਹਿਬ ਜੀ ਦਾ ਜਸ ਸੁਣ ਕੇ ਹਜ਼ਾਰਾਂ ਹੀ ਮਨੁੱਖ ਆ ਕਰਕੇ ਹੋਰ ਵੀ ਸਿੱਖ ਬਣਦੇ ਨੇ। ਇਹ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਆਪਾਂ ਇਤਿਹਾਸ ਵਿੱਚ ਸਰਵਣ ਕਰਦੇ ਹਾਂ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ ਜੀ। ਜੋ ਗੁਰੂ ਸਾਹਿਬ ਦਾ ਉਪਦੇਸ਼ ਸਰਵਣ ਕਰਦੇ ਹਾਂ ਉਹਨਾਂ ਬਚਨਾਂ ਨੂੰ ਕਮਾ ਸਕੀਏ, ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਣ। ਆਓ ਦੋ ਪੰਕਤੀਆਂ ਸਰਵਣ ਕਰੀਏ, ਫਤਿਹ ਬੁਲਾਈਏ ਜੀ। ਜਿਮ ਬੈਸੇ ਕਰ ਬਾਏਂਦਾਏ, ਸਤਿਗੁਰ ਧਾਰੇ ਸਭਨ ਬਤਾਏ। ਸੁਜਸ ਬਿਸਦ ਗੁਰ ਬਸਰਿਓ ਸਾਰੇ, ਸਿੱਖ ਹੋਤ ਹੈ ਆਨ ਹਜ਼ਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।